नहीं 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 नहीं। अच्छा जी, जनान मतलूब साहब, मिर्जा साहब के नजदीक मुरतद की सजा कतल है। ਇਹਦੇ ਬਰਕਸ ਜਵਾਬ ਦਿਓ, ਇਹਦੇ ਬਰਕਸ ਦਾਵਾ ਕਰੋ। ऐसे जी गल अगर ते गल बागी है तो ठीक है, नहीं तो अदरवाइज अगर अमूमी तौर पर कोई छड़दा बंदा ਉਹਦੇ ਤੇ ਯਕੀਨਨ ਕਤਲ ਨਹੀਂ ਹੈਗੀ। ਕੀ ਨਾ ਆਖਿਆ ਜੀ? ਜਮਾਤ ਅਹਿਮਦੀਆ ਦੀ ਕਦੋਂ ਤਾਲੀਮ ਰਹੀ ਹੈ, ਨਾ ਕੋਈ ਅਹਿਮਦੀ ਤੈਨੂੰ ਇਹ ਗੱਲ ਕਰੇਗਾ। ਅਸੀਂ ਬਾਕੀ ਅਸੀਂ ਉਹ ਜਿਹੜਾ ਜਮਾਤੇ ਬੰਦਾ ਅਹਿਮਦੀਆ ਸੀ ਦੀ ਉਹਦਾ ਮੇਰੀ ਗੱਲ ਸਵਾਲ ਨੂੰ ਤੁਸੀਂ ਐਡਰੈਸ ਨਹੀਂ ਕੀਤਾ, ਆਪਣੇ ਵੱਲੋਂ ਤੁਸੀਂ ਗੱਲਾਂ ਕੀਤੀਆਂ ਨੇ, ਉਹਦੇ ਨਾਲ ਪਤਾ ਨਹੀਂ ਉਹਦੀ ਤਸੱਲੀ ਹੋ ਜਾਏ ਤਾਂ ਹੋ ਜਾਏ, ਲੇਕਿਨ ਕਿਸੇ ਵੀ ਤੁਹਾਡੀ ਨਹੀਂ ਹੋਣੀ, ਤੁਹਾਡੀ ਹੁਣ ਮੈਂ ਕਰਾਉਣ ਲੱਗਾ ਕਿਸੇ ਨਾ ਵੀ ਤੁਹਾਡੀ। ਵੀ ਸ਼ੌਰ ਦੀ ਉਹਦੇ ਨਾਲ ਤਸੱਲੀ ਨਹੀਂ ਹੋ ਸਕਦੀ। ਭਾਈ ਨਿਜ਼ਾਮ ਹੈ ਤੇ ਇੱਕ ਵੜਨ ਦੀ ਅਦਨਾਨ ਸਾਹਿਬ, ਅਦਨਾਨ ਸਾਹਿਬ ਅੰਡਰਵਰਲਡ ਤੁਹਾਡੀ ਵਾਲੀ ਤਸੱਲੀ- ਗੱਲਾਂ ਕਰਨ ਦੇ ਹੋ ਕਿ ਇੱਥੇ ਵੜਨ ਦੇ ਰਸਤੇ ਬੜੇ ਨੇ, ਨਿਕਲ ਆਇਆ ਕੋਈ ਧੰਦਾ ਹੈਗਾ ਇਸਲਾਮ ਕਿ ਇੱਥੇ ਵੜ ਗਏ ਤਾਂ ਅੱਗੇ ਨਿਕਲ ਹੀ ਨਹੀਂ ਸਕਦੇ। ਬਲੈਕਮੇਲਿੰਗ ਹੈਗੀ ਇੱਥੇ। ਉਹ ਨਾ ਫੁਰਤੀ ਨਾ ਵਹਾਓ, ਠੀਕ ਹੈ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਉਹ ਉੱਥੇ ਬਹਿ ਫੁਰਤੀ ਕੇ। ਨਾ ਵਹਾਓ, ਫੁਰਤੀ ਨਾ ਵਹਾਓ, ਫੁਰਤੀ ਨਾ ਐਡੀ ਵਹਾਓ। ਮੈਂ ਕੀ ਪਿਆਨਾ ਵਾ? ਨਹੀਂ ਅਸੀਂ ਇਹ ਮਿਰਜ਼ਾ ਇਸਲਾਮ ਸਾਹਿਬ ਦਾ ਅਕੀਦਾ ਕਿੰਨੀ ਵਾਰੀ ਦੱਸਿਆ ਤੁਹਾਨੂੰ, ਨਾ ਜਮਾਤ ਅਹਿਮਦੀਆ ਦਾ ਅਕੀਦਾ, ਨਾ ਖੁਲਫਾ ਦਾ ਅਕੀਦਾ, ਕਿਸੇ ਦਾ ਵੀ ਅਕੀਦਾ ਨਹੀਂ ਹੈ। ਕਿਸੇ ਵੀ ਅਹਿਮਦੀ ਕੋਲੋਂ ਪੁੱਛ ਲਓ, ਸਾਡੇ ਉਲਮਾ ਕੋਲੋਂ ਪੁੱਛ ਲਓ, ਰੱਬੀਆਨ ਕੋਲੋਂ ਪੁੱਛ ਲਓ, ਸਭ ਬਹਿ ਜਾਣਗੇ ਮੁਰਤਦ ਜੇ ਅਗਰ ਬਾਗੀ ਨਹੀਂ ਹੈਗਾ, ਹਕੂਮਤ ਵਕਤ ਦੇ ਖਿਲਾਫ ਕੋਈ ਉਹਨੇ ਐਸੀ ਸਾਜ਼ਿਸ਼ਾਂ ਨਹੀਂ ਕਰਨ ਡਿਆ ਤੇ ਕਤਨ ਉਹਦਾ ਨਹੀਂ ਹੈਗੀ, ਇਹਦੀ ਸਜ਼ਾ ਕਤਲ ਨਹੀਂ ਹੈਗੀ। ਤੇ ਜੇ ਤੁਹਾਨੂੰ ਸਬੂਤ ਦੇ ਦਈਏ ਮਿਰਜ਼ਾ ਸਾਹਿਬ ਦੀ ਤਹਿਰੀਰ ਚ, ਤੇ ਫੇਰ ਨਹੀਂ ਮਿਲੇਗਾ। ਉਹਦਾ ਉਹੀ ਅਸੀਂ ਉਹਦੀ ਜੇ ਅਗਰ ਕੋਈ ਐਸਾ ਕੋਈ ਲਫ਼ਜ਼ ਲਿਖੇ ਹੋਏ ਹੋਣਗੇ ਤੇ ਉਹਦੀ ਇਹੀ ਤਵੀਲ ਹੋਏਗੀ ਕਿ ਉਹ ਬੰਦਾ ਜਿਹੜਾ ਵੀ ਹੈ ਉਹ ਸਾਜ਼ਿਸ਼ੀ ਮਾਈਂਡਡ ਹੈ ਜਾਂ ਗਾਲੀ ਗਲੋਚ ਨਹੀਂ, ਕਰਦਾ ਤੁਸੀਂ ਜਾਂ ਉਹਦੀ ਤਵੀਲ ਬਗਾਵਤ। ਅਗਰ ਮਿਰਜ਼ਾ ਸਾਹਿਬ ਨੇ ਸਾਫ਼ ਵੀ ਲਿਖਿਆ ਹੋਇਆ ਕਿ ਮੁਰਤਦ ਵਾਜਬੁਲ ਕਤਲ ਹੈ, ਤੇ ਤੁਸੀਂ ਉਹਦੀ ਤਵੀਲ ਕਰ ਲੋਗੇ ਕਿਉਂਕਿ ਤੁਸੀਂ ਦੀਨ ਨਵਾਂ ਘੜ ਲਿਆ। ਨਹੀਂ ਇਹ ਮਿਰਜ਼ਾ ਸਾਹਿਬ ਦਾ ਅਕੀਦਾ ਹੀ ਨਹੀਂ। ਤਵੀਲ ਤੇ ਕੁਰਾਨ ਦੀ ਵੀ ਹੁੰਦੀ ਆ, ਹਦੀਸ ਦੀ ਵੀ ਲੋਕੀ ਕਰਦੇ ਨੇ। ਇਹਦਾ ਇਹ ਮਤਲਬ ਹੀ ਨਹੀਂ ਹੁੰਦਾ ਕਿ ਨਵਾਂ ਦੀਨ ਘੜ ਲੈਂਦਾ ਬੰਦਾ। ਭਾਈ ਮੈਂ ਉਹਦੀ ਵਾਜ਼ੇ ਅਹਿਕਾਮਾਤ ਜਿਹੜੇ ਹੁੰਦੇ ਨੇ ਦੀਨ ਦੇ, ਉਹਦੇ ਮੁਤਾਬਕਤ ਉਹਦੀ ਲਿਆਈ ਜਾਂਦੀ ਹੈ ਕਿ ਉਹਦਾ ਮਤਲਬ ਮਾਨੀ ਕੀ ਹੈਗਾ। ਐ ਨਹੀਂ ਹੁੰਦਾ ਜਿਹੜੀ ਅਮੂਮੀ ਤਹਿਰੀਰ ਹੁੰਦੀ ਹੈ ਉਹ ਕੁਰਾਨ ਦੇ ਹਾਕਮ ਨਹੀਂ ਹੁੰਦੀ। ਕੁਰਾਨ ਦੇ ਥੱਲੇ ਹੀ ਸਾਰੀ ਚੀਜ਼ਾਂ ਹੈਗੀਆਂ ਨੇ। ਰਿਕਾਰਡਿੰਗ ਆਨ ਕਰੋ, ਸਕਰੀਨ ਰਿਕਾਰਡਿੰਗ ਆਨ ਕਰੋ ਸਾਰੇ ਨੌਜਵਾਨ ਖਤਮਨ ਕੀ ਬੋਲ। ਹੋਇਆ? ਰਿਕਾਰਡਿੰਗ ਕਰਨੀ ਹੈ। ਅੱਛਾ, ਮਿਰਜ਼ਾ ਸਾਹਿਬ ਦਾ ਸਬੂਤ ਤੁਹਾਨੂੰ ਦਈਏ ਤੇ ਤੁਸੀਂ ਉਹਦੀ ਤਵੀਲ ਕਰ ਲੋਗੇ। ਇਹ ਪਹਿਲੀ ਗੱਲ ਤੇ ਉਹ ਹਕੀਮ ਪਟਿਆਲੀ ਵਾਲਾ ਖੱਤ ਸਾਡੇ ਲਈ ਕੋਈ ਜਿਤਨੀ ਹੈ ਉਹ ਤੇ ਹਲਾਮ ਵੀ ਅਸੀਂ ਕੱਢ ਦਿੱਤਾ। ਉਹਦੀ ਤੇਰੀ ਨਹੀਂ ਮੈਨੂੰ ਖਾਣੀ। ਉਹ ਜਿਹੜਾ ਸਾਡੇ ਹੈ ਹੀ ਨਹੀਂ, ਉਹ ਸਾਰੀ ਉਹਦੇ ਤੇ ਕੋਈ ਗਵਾਹੀ ਨਹੀਂ ਹੈ, ਕੋਈ ਠੀਕ ਹੈ ਨਹੀਂ ਠੀਕ ਕੀ ਉਹਦੇ ਚ ਲਿਖਿਆ ਉਹਨੇ ਆਪਣੇ ਆਪ ਲਗਵਾਤਾ ਕੁਝ, ਉਹ ਸਾਡੇ ਲਈ ਕਾਬਲੇ ਕਬੂਲ ਨਹੀਂ ਹੈਗਾ। ਮੇਰੇ ਸਾਹਿਬ ਜੀ ਆਪਣੀ ਕੋਈ ਤਹਿਰੀਰ ਹੈਗੀ ਤਾਂ ਉਹਦਾ ਸਾਕਸ ਬਾਗ ਵੇਖ ਕੇ ਤੁਹਾਨੂੰ ਦੱਸਿਆ ਜਾ ਸਕਦਾ ਉਹਦਾ ਸਹੀ ਮਾਨੀ ਮਫਹੂਮ ਕੀ ਹੈਗਾ। ਲੇਕਿਨ ਇਹਦੀ ਕੋਈ ਗੱਲ ਰੋਹਾਨੀ ਖਸਾਇਨ ਜੇ ਮੁਝੇ ਤਾਂ ਦੱਸੋ ਸਾਨੂੰ। ਤੁਸੀਂ ਰੂਹਾਨੀ ਖਸਾਇਨ ਤੋਂ ਇਲਾਵਾ ਕੋਈ ਹਵਾਲਾ ਨਹੀਂ ਲੈਣਾ। ਨਹੀਂ ਉਹ ਪਰਾਏ ਲੋਕਾਂ ਦਾ ਤਰੀ ਨਹੀਂ ਲੈਣਾ, ਜਿਹੜਾ ਪਹਿਲੀ ਦੁਸ਼ਮਣ ਹੈਗੇ ਮਿਰਜ਼ਾ ਸਾਹਿਬ ਦੇ ਉਹਨਾਂ ਦਾ ਲੈ ਲਈਏ ਅਸੀਂ ਹਵਾਲੇ। ਉਹ ਸਾਡੇ ਕਿਤੇ ਜਿਹੜੇ ਪਹਿਲੇ ਸਾਡੇ ਵਿਰੋਧ ਰੱਖਦੇ ਨੇ। ਜੇ ਰੂਹਾਨੀ ਖਜ਼ਾਨ ਚ ਦੇ ਦਿੱਤਾ ਤੇ ਉਹਦੀ ਫਿਰ ਤਵੀਲ ਕਰ ਲੋਗੇ। ਇਹ ਪਹਿਲੀ ਗੱਲ ਤੇ ਐਸੀ ਗੱਲ ਮੌਜੂਦ ਨਹੀਂ ਹੋਣੀ। ਜੇ ਅਗਰ ਹੋਈ ਤੇ ਤੁਹਾਨੂੰ ਦੱਸਦਾ ਕਿ ਕੀ ਉਹਦਾ ਮਾਨੀ ਮਫਹੂਮ ਹੈਗੀ ਹੈ। ਸਾਡਾ ਹਤਮੀ ਮੌਕਫ ਹੈਗਾ ਕੁਰਾਨ ਦੇ ਮੁਤਾਬਕ ਹੈਗਾ, ਤਾਂ ਕੁਰਾਨ 'ਚ ਐਸੀ ਕੋਈ ਤਲੀਮ ਨਹੀਂ ਹੈਗੀ ਜਿਹੜੀ ਜਾਹਿਲੀਅਤ ਦੌਰ ਦੀ ਹੈਗੀ ਨੇ। ਕੋਈ ਵੀ ਅੱਜ ਕੁਰਾਨ ਨੂੰ ਇੱਕ ਮਿੰਟ ਛੱਡੋ ਨਾ, ਅਸੀਂ ਗੱਲ ਮਿਰਜ਼ਾ ਸਾਹਿਬ ਦੀ ਵੀ ਕਰਨੇ ਆ। ਮਿਰਜ਼ਾ ਸਾਹਿਬ ਹਕਮ ਤੇ ਅਦਲ ਨੇ, ਤੇ ਉਹਨਾਂ ਹਕਮ ਤੇ ਅਦਲ ਨੇ ਕੀ ਫੈਸਲਾ ਕੀਤਾ ਹੈ? ਅਗਰ ਤੁਹਾਨੂੰ ਰੂਹਾਨੀ ਖਜ਼ਾਨ ਚ ਮੈਂ ਅਦਲ ਦਾ ਹੀ ਮੈਂ ਤੁਹਾਨੂੰ ਮਾਨੀ ਹਕਮ ਅਦਲ ਦੇ ਅਸੀਂ ਕਹਿੰਦੇ ਪੈਰੋਕਾਰ ਹੈਗੇ ਆ। ਉਹ ਬਈ ਤੁਸੀਂ ਤਾਂ ਪਹਿਲਾਂ ਕਹਿੰਦੇ ਜਿਹਦੇ ਅਸੀਂ ਪੈਰੋਕਾਰ ਹਾਂ, ਜੇ ਉਹਨੇ ਸਾਡੇ ਸਾਹਮਣੇ ਲਿਖਿਆ ਹੋਵੇ ਤਾਂ ਅਸੀਂ ਉਹਦੀ ਤਵੀਲ ਕਰ ਦੇਣੀ ਹੈ। ਤਵੀਲ ਤਾਂ ਕਿਸੇ ਵੀ ਚੀਜ਼ ਦੀ ਕੀਤੀ ਜਾ ਸਕਦੀ ਹੈ। ਉਹਦੇ ਸਹੀ ਮਾਨੇ ਤੇ ਤੁਹਾਨੂੰ ਦੱਸਣਾ ਹੀ ਹੈ ਨਾ। ਤੁਸੀਂ ਤੁਹਾਨੂੰ ਉਸ ਗੱਲ ਜਿਹੜੀ ਲਿਖੀ ਹੋਈ ਤੁਸੀਂ ਆਪਣਾ ਮਾਨੀ ਕੱਢਣਾ, ਅਸੀਂ ਆਪਣਾ ਮਾਨੀ ਕੱਢਣਾ, ਸਾਡਾ ਮਾਨੀ ਮੰਨਿਆ ਜਾਏਗਾ ਉਹਦੇ ਵਿੱਚ। ਤੁਹਾਡਾ ਕਿਉਂ ਮੰਨਿਆ? ਉਰਦੂ ਦੀ ਤਹਿਰੀਰ ਹੈ ਤੇ ਉਹਦਾ ਮੈਂ ਨਹੀਂ, ਤੁਸੀਂ ਕਰ ਸਕਦੇ ਹੋ, ਸਾਨੂੰ ਉਰਦੂ ਨਹੀਂ ਆਉਂਦੀ। ਤੇ ਤਹਿਰੀਰ ਜੇ ਅਗਰ ਅਰਬੀ ਦੀ ਹੋਵੇ ਤਾਂ ਜਿਹੜਾ ਜਿਹਨੂੰ ਅਰਬੀ ਆਉਂਦੀ ਹੈ ਕੁਰਾਨ ਦੀ ਆਪਣੀ ਤਵੀਲ ਕਰ ਸਕਦਾ? ਕੀ ਹੋਇਆ? ਜੇ ਅਗਰ ਦੁਸ਼ਮਣੇ ਕੁਰਾਨ ਹੈਗਾ ਕੋਈ, ਅਰਬੀ ਉਹਨੂੰ ਆਉਂਦੀ ਹੈ, ਅਰਬ ਦਾ ਰਹਿਣ ਵਾਲਾ ਹੈ, ਈਸਾਈ ਹੈ, ਕ੍ਰਿਸਚਨ ਹੈ, ਦਹਿਰੀ ਹੈਗਾ, ਉਹ ਆਪਣੀ ਤਵੀਲ ਕਰ ਸਕਦਾ ਉਹਨੂੰ ਕੱਢ ਕੇ? ਤਵੀਲ ਨਹੀਂ ਆਉਂਦੀ ਹੈ ਲੇਕਿਨ ਇੱਕ ਮਿੰਟ ਤਵੀਲ ਨਹੀਂ ਕਰ ਸਕਦਾ, ਲੇਕਿਨ ਜੋ ਵੀ ਹੈ ਆਪਣਾ ਮਨ ਹੀ ਕੱਢ ਸਕਦਾ ਉਹਦੇ ਵਿੱਚੋਂ। ਭਾਈ ਆਪਣਾ ਉਹਨੇ ਮਨ ਹੀ ਕਿਉਂ ਬਿਆਨ ਕਰਨਾ ਹੈ? ਉਹ ਕਹੇਗਾ ਜ਼ਾਹਿਰੀ ਤੌਰ ਤੇ ਲਿਖਿਆ ਹੋਏਗਾ, ਮੈਨੂੰ ਤਵੀਲਾਂ ਨਾ ਦੱਸ, ਇਹ ਲਿਖੀ ਹੋਈ ਹੈ ਗੱਲ, ਫਿਰ ਕੀ ਕਰੇਗਾ? ਹਾਂ ਬਿਲਕੁਲ, ਅਗਰ ਸਾਫ਼ ਲਿਖੀ ਹੋਏਗੀ ਤੇ ਉਹਨੂੰ ਵੀ ਉਨਾ ਹੀ ਹੱਕ ਬਿਆਨ ਕਰਨਾ ਜਿੰਨਾ ਸਾਨੂੰ ਹੱਕ ਬਿਆਨ ਕਰਦਾ। ਐਤ ਨਹੀਂ ਕਿ ਉਹਦੀ ਗੱਲ ਕਾਬਲੇ ਕਬੂਲ ਹੋਏਗੀ, ਐਤ ਨਹੀਂ ਹੋ ਸਕਦਾ। ਉਹਦੀ ਗੱਲ ਸਾਡੇ ਖਿਲਾਫ ਹੋਏਗੀ ਕਿਸ ਤਰ੍ਹਾਂ ਹੋ ਸਕਦੀ ਹੈ ਨਾ? ਕਈ ਤਾਂ ਇਸ਼ਾਰਤਨ ਗੱਲਾਂ ਲਿਖੀਆਂ ਹੋਈਆਂ ਨੇ, ਇਸਤਿਆਰਤਨ ਗੱਲਾਂ ਲਿਖੀਆਂ ਹੋਈਆਂ ਨੇ। ਉਹ ਤੇ ਇਸਤਿਆਰਾ ਬੰਦੇਗੇ ਨਹੀਂ, ਜ਼ਾਹਿਰੀ ਅਲਫਾਜ਼ ਤੇ ਹੈਗੇ ਨੇ।
ਉਹ ਤੇ ਇਸ਼ਤਿਹਾਰੇ ਦੇ ਵਿੱਚ ਗੱਲ ਹੋਵੇ ਤੇ ਉਹ ਤੇ ਹੋਰ ਚੀਜ਼ ਹੈ ਨਾ। ਹਾਂ ਤੇ ਉਹ ਨਹੀਂ ਮੰਨੇਗਾ ਨਾ, ਇਹੀ ਗੱਲਾਂ ਹੁੰਦੀਆਂ ਨੇ, ਮਾਨੀ ਮਫਹੂਮ ਹੁੰਦੇ ਨੇ ਗੱਲਾਂ ਦਾ, ਚਾਹੇ ਅੱਛਾ ਹੁਣ ਮੈਂ ਫਿਰ ਤੁਹਾਨੂੰ ਮੇਰੀ ਗੱਲ ਸੁਣੋ ਨਾ ਅਦਨਾਨ ਮਤਲੂਬ ਸਾਹਿਬ, ਮੈਂ ਫਿਰ ਤੁਹਾਨੂੰ ਕਿੱਥੋਂ ਲਿਆ ਕੇ ਦਲੀਲ ਦਵਾਂ ਜੇ ਮਿਰਜ਼ਾ ਸਾਹਿਬ ਨੇ ਉਹਨੂੰ ਖੱਤ 'ਚ ਲਿਖਿਆ ਡਾਕਟਰ ਅਬਦੁਲ ਹਕੀਮ ਪਟਿਆਲਵੀ ਨੂੰ, ਤੇ ਉਹ ਤੁਸੀਂ ਖੱਤ ਨਹੀਂ ਮੰਨਦੇ ਨਾ, ਜੇ ਸਾਰੇ ਖੱਤ ਸਾਡੀ ਇੱਕ ਤੋਂ ਖੱਤ ਨਹੀਂ ਮੰਨਦੇ ਨੇ। ਖੱਤ ਨਹੀਂ ਮੰਨਦੇ, ਤੇ ਜੇ ਮੈਂ ਆਖਾਂ ਮੈਂ ਤੁਹਾਨੂੰ ਰੂਹਾਨੀ ਖਜ਼ਾਨੇ 'ਚ ਹਵਾਲਾ ਦੇਵਾਂ ਤੇ ਤੁਸੀਂ ਕਹਿੰਦੇ ਜੇ ਤੂੰ ਰੂਹਾਨੀ ਖਜ਼ਾਨੇ 'ਚ ਦਿੱਤਾ ਮੈਂ ਉਹਦੀ ਤਵੀਲ ਕਰ ਦੇਣੀ ਹੈ। ਦੋ ਤੇ ਸਹੀ, ਕਿੱਥੇ ਹੈਗਾ? ਜੇ ਤੁਸੀਂ ਪਹਿਲਾਂ ਹੀ ਆਪਣਾ ਅੰਦਰਵਾਰ ਜ਼ਾਹਿਰ ਕਰਦਾ ਮੈਂ ਤਵੀਲ ਕਰ ਦਿਆਂਗਾ। ਉਹ ਜੋ ਵੀ ਕਰਾਂਗਾ ਲੋਕੀ ਵੇਖ ਲੈਣਗੇ ਮੈਂ ਤਵੀਲ ਕੀਤੀ ਨਹੀਂ ਕੀਤੀ, ਉਹ ਤਵੀਲ ਤੁਹਾਡੇ ਲਈ ਲੌਜੀਕਲ ਹੈ ਜਾਂ ਨਹੀਂ ਹੈ? ਅੱਛਾ ਮੈਂ ਤਾਂ ਹੀ ਆਖਿਆ ਰਿਕਾਰਡਿੰਗ ਬੰਦੇ ਸਾਰੀ ਆਨ ਕਰ ਲਓ ਤੇ ਦੇਖਿਓ ਬਈ ਕੀ ਕਰਦੇ ਨੇ ਤਹਿਰੀਰ ਨਾਲ, ਆਪਣਾ ਅਦਨਾਨ ਮਤਲੂਬ ਸਭ ਕੀ ਸਲੂਕ ਕਰਦੇ ਨੇ। ਕਿੱਧਰ ਕਿਸ ਜਿਹੜੀ ਤਹਿਰੀਰ ਹੈ? ਮੈਂ ਦੱਸਾਂਗਾ ਵਾਲਾ ਦੱਸ ਕੇ ਖੋਲ ਕੇ ਕੈਮਰਾ ਆਨ ਕਰਕੇ ਤੁਹਾਨੂੰ ਦਿਖਾ ਕੇ ਪੜਾਂਗਾ। ਮੈਂ ਕੋਈ ਛੁਪਾ ਕੇ ਕੋਈ ਗੁੰਮ ਕਰਕੇ ਤੇ ਨਹੀਂ ਪੜਨ ਲਗਾਇਆ। ਉਹ ਮਲਫੂਜ਼ਾਦਾ ਤੇ ਨਹੀਂ ਸ਼ਰੀ ਨਬੀ ਵਾਲਾ? ਉਹ ਮੈਂ ਰੂਹਾਨੀ ਖਜ਼ਾਨ ਮਲਫੂਜ਼ਾਤ ਦਾ ਹਿੱਸਾ ਨਹੀਂ ਹੈ। ਮਲਫੂਜ਼ਾਤ ਜਿਹੜੀ ਹੈ ਉਹ ਸ਼ਰੀ ਨਬੀ ਵਾਲਾ ਹਵਾਲਾ ਹੈਗਾ ਨਾ, ਉਹ ਤੁਸੀਂ ਕਦੀ ਕਦੀ ਪੇਸ਼ ਕਰਦੇ ਹੈਗੇ ਉਹ ਤੇ ਨੁਰਾਨੀ ਖਜ਼ਾਨੇ ਤੇ ਦੀ ਕੋਈ ਗੱਲ ਨਹੀਂ। ਤੁਸੀਂ ਕੁਝ ਨਹੀਂ ਹੋਣ ਲੱਗਾ, ਕੱਖ ਨਹੀਂ ਹੋਣ ਲੱਗਾ, ਤਗੜੇ ਰਹੋ, ਖੜੇ ਰਹੋ ਜਿੱਥੇ ਤੁਸੀਂ ਖੜੇ ਹੋ। ਮੈਨੂੰ ਪਤਾ ਹੈ ਕੁਝ ਵੀ ਨਹੀਂ ਕੱਟ ਸਕਦਾ, ਤੁਸੀਂ ਦੱਸੋ। ਉਹ ਅੱਗੇ ਕਿ ਥੱਲੇ ਮੈਸੇਜ ਪੇ ਲਿਖਦਾ ਵੀ ਤੱਤੇ ਤੱਤੇ ਹੀ ਆਏ ਨੇ ਅਦਨਾਨ ਮਤਲੂਬ ਸਾਹਿਬ ਕਰਿਓ। बाल हमारा ये इस तरह का कोई कीदा नहीं है, ना जमात अहमदिया कोई फर्द आप ऐसा कहेगा। हमें मिर्जा साहब की तालीमात का सही पता है, सही इल्म है। वो सही मैं भी सही पेश कर लगा है जिनका दिन रात रूहानी खजान पढ़ना है, जिनका रूहानी खजान मैं ज़बानी याद की थी ना, मैं सही करन लगा पेश। ਤੁਸੀਂ ਧਿਆਨ ਕਰੋ, ਖਾਮੋਸ਼ੀ ਇਖਤਿਆਰ ਕਰੋ। ਹੁਣ ਤੁਸੀਂ ਬਾਅਦ ਜੋ ਕੋਈ ਕਰਨਾ ਹੈ ਇਹਦੇ ਨਾਲ ਤਹਿਰੀਰ ਨਾਲ, ਇਹ ਤੁਹਾਡਾ ਫੈਸਲਾ ਹੈ। ਮੈਂ ਬ੍ਰੇਕ ਆ ਰਹੀ ਹੈ ਨਾ ਜਦੋਂ ਤੁਸੀਂ ਉਹ ਲਾਇਆ ਪਾਉਜ਼ੇ, ਮੈਂ ਪੜਨ ਲਗਾ, ਤੁਸੀਂ ਸੁਣਨਾ। ਉਹਦੇ ਬਾਅਦ ਜਿਹੜੀ ਤੁਸੀਂ ਇਹਦੇ ਨਾਲ ਤਵੀਲ ਸ਼ਵੀਲ ਕਰਨੀ ਹੋਈ ਉਹ ਰਿਕਾਰਡਿੰਗ ਵੀ ਹੁੰਦੀ ਏ, ਦੁਨੀਆ ਫੈਸਲਾ ਕਰ ਲੇਗੀ ਤੁਸੀਂ ਇਹਦੇ ਨਾਲ ਕੀ ਕੀਤਾ। ਇਹ ਮਿਰਜ਼ਾ ਸਾਹਿਬ ਦੀ ਤਹਿਰੀਰ ਹੈ ਤੇ ਕਿਤਾਬ ਦਾ ਨਾਮ ਹੈ ਰੂਹਾਨੀ ਖਜ਼ਾਨ, ਜਿਲਦ 19, ਸਫਾ ਨੰਬਰ 99, ਤੇ ਕਿਤਾਬ ਦਾ ਨਾਮ ਹੈ ਤੋਹਫਤੁਨ ਨਦਵਾ। ਠੀਕ ਹੋ ਗਿਆ? ਇੱਥੋਂ ਹੀ ਪੜ੍ਹਨੇ ਸਕਰੀਨ ਤੋਂ ਹੀ। पीर मेहर अली शाह तो गल शुरू करना है। पीर मेहर अली शाह ने अपनी किताब में मेरे मुकाबल पर लानत अल्लाह अलल काज़िबीन कहा। वो मान जुर्म सरका में इस तरह गिरफ्तार हुआ कि उसने सारी किताब मोहम्मद हसन मरवा की चुरा ली और कहा कि मैंने बनाई है, और झूठ बोला और उसका नाम सैफ चिश्तियाई रखा। और फिर तीसरी मुसीबत ये कि मोहम्मद हसन मरवा ने जिस कदर मेरी किताब एजाजुल मसीह, मरवा है कि मुर्दा की है? पता नहीं मरदा है कि मरवा है। मरदा तो नहीं होना चाहिए, मरदा होना है। मरवा ही है, अमरोही जिन्हों कहते हैं। आहो मरवा ला ना है, मरदा नहीं है। अच्छा, तीसरी मुसीबत ये है कि मोहम्मद हसन मरवा ने जिस कदर मेरी किताब एजाजुल मसीह पर जरा ख्याल किया था, वो जरा भी सारा गलत साबित हुआ। उसने अभी नज़रसानी नहीं की थी कि वो मर गया। इस नादान ने जो अरबी से बेबहरा है इस तमाम जरा को सच समझ लिया। अब बतलाओ कि ये भी एक किस्म की मौत है या नहीं, कि किताब का मसवदा चुराया और वो चोरी पकड़ी गई, और फिर गद्दी नशीन होकर सरी झूठ बोला कि ये किताब मैंने बनाई है, और फिर जो कुछ चुराया वो ऐसी गलतियां थीं कि गोया नजासत थी। क्या इस अजाब से अजाब जहन्नम ज़्यादा है? फिर हाफिज साहब की खिदमत में खुलासा कलाम ये है कि मेरे तौबा करने के लिए सिर्फ इतना काफ़ी ना होगा कि बफर्ज़ महाल कोई किताब इल्हामी मदई नबूवत की निकल आवे जिसको वो कुरान शरीफ की तरह, जैसा कि मेरा दावा है, खुदा की ऐसी वही कहता हो जिसकी सिफत में ला रैब फी है, जैसा कि मैं कहता हूँ। और फिर ये भी साबित हो जाए कि वो बगैर तौबा के मरा और मुसलमानों ने अपने कब्रस्तान में उसको दफन ना किया और किसी अजाब से हलाक ना हुआ, तो सिर्फ इसी कदर से
कोई काज़ब मुदय्य नबूवत मेरे बराबर नहीं ठहर सकता, क्योंकि मेरी तायद में मोजज़ात भी हैं। और वहीं हमा मैं यकीन रखता हूँ कि अगर हाफ़िज़ साहब कोशिश करते करते दुनिया से रुखसत भी हो जाएं या किसी और अबू इसहाक मोहम्मद दीन से एक और 1000 रसाला कतल वतीन का तसनीफ़ भी करा लें, और गो ऐसा शख्स अपने लिए खुदकशी पसंद करके कतल वतीन ही कर ले, मगर फिर भी हाफ़िज़ साहब के नसीब ना होगा कि जिस तरह मैं करीबन 23 बरस से अपनी वही बराबर आज के दिन तक शाया करता रहा हूँ, इसी तरह उसकी मुसलसल 23 बरस की वही का मजमुआ पेश कर सकें, जिस पर उसने मेरी तरह कसम खाकर बयान किया हो कि ये वही यकीनी और कतई तौर पर खुदा का कलाम है। अगर मैंने झूठ बोला हो तो मुझ पर खुदा की लानत हो, जैसा कि मैं अपनी किताबों में यही अल्फाज अपनी निस्बत लिख चुका हूँ। ये तो एक अदना दर्जे की बात है कि झूठों के साथ मेरा मवाजना किया जाए, मगर मैं तो इससे बढ़कर अपना सबूत रखता हूँ कि हज़ारहा मोजज़ात अब तक ज़ाहिर हो चुके हैं, जिनके हज़ारहा गवाह हैं, और कुरान शरीफ मेरा मुसद्दक है। क्या ये मेरा हक नहीं कि मुकाबला के वक़्त इन सबूतों को किसी काज़ब पेश करदा की निस्बत आप से तलब करूं? भला बताएं कि मेरे बगैर किसके लिए बमौजब हदीस दार कुतनी के कसोफ़ो खसोफ हुआ, किसके लिए बमौजब हदीस सहिया के ताउन पड़ी, किसके लिए सितारा वो क्या नाम था उसका, जुल्सुनैन निकला, किसके लिए लेकरम वगैरह के निशान जाहिर हुए। लेकिन नदवातुल उलमा अगर अपने तईं इसम बेमसम्मा करना चाहे तो अब इसकी अपनी ज़ाती हदायत के लिए खा हाफ़िज़ साहब उससे कुछ हिस्सा लें या ना लें, इस कदर भी काफ़ी हो सकता है कि हाफ़िज़ साहब से तो ऐसे मुदय्यान नबूवत का हल्फन सबूत मांगे जिनकी वही काज़ब का कुरान शरीफ की तरह जिनकी वही ये काज़ब का कुरान शरीफ की तरह 23 बरस तक बराबर सिलसिला जारी रहा, और उनसे सबूत मांगे कि कहाँ उन्होंने कसम के साथ बयान किया कि हम दर हकीकत नबी हैं और हमारी वही कुरान की तरह कतई यकीनी है। और ये भी सबूत मांगे कि क्या वो लोग इस ज़माने के मौलवियों के फतवे से काफिर ठहराए गए थे या नहीं, और अगर नहीं ठहराए गए तो इसकी क्या वजह, क्या ऐसे मौलवी फासिक फाजिर थे या नहीं जिन्होंने दीन में ऐसी लापरवाही जाहिर की। और ये भी सबूत मांगे कि ऐसे लोग किन कब्रों में दफन किए गए, क्या मुसलमानों की कब्रों में या अलहदा और इस्लामी सल्तनत में कत्ल हुए या अमन से उम्र गुजारी। ए गल समझ आ गई जैतों तक? ए जड़ा स्टार लगा है ना, ऐसे लोग किन कब्रों में दफन किए गए, क्या मुसलमानों की कब्रों में या अलहदा और इस्लामी सल्तनत में कत्ल हुए या अमन से उम्र गुजारी। एनू स्टार ला के मिर्ज़ा साहब ने ते ए थले मेरे दावे का सबूत दिता है। हाशिए च ध्यान करियो जरा सारे, सज्जे पैर का अंगूठा नहीं लाना किसी बंदे ने। इस्लाम की सल्तनत में सबूत देने में ये काफ़ी नहीं कि ऐसा शख्स जो मुदय्य नबूवत था मुसलमानों के कब्रिस्तान में दफन किया गया और ना उसका जनाजा पढ़ा गया, बल्कि काफ़ी सबूत के लिए ये साबित करना भी होगा कि वो कत्ल भी किया गया क्योंकि वो मुर्तद था, क्योंकि वो मुर्तद था। हाँ जी हाँ जी अदनान मतलूब खत हम नहीं मानते, ये खत जो है ना मुखालफों का है। ਇਹ ਰੂਹਾਨੀ ਖਜ਼ਾਇਨ ਦੀ ਅੰਗੂਠਾ ਲਾ ਲਓ ਸੱਜਾ ਜਿੰਨੇ ਜਿੰਨੇ ਉਹਨਾਂ ਲਾਣਾ। ਹੁਣ ਜਿਹਨੇ ਲਾਣਾ ਲਾ ਲਓ। 19ਵੀਂ ਜਿਲਦ ਜੇ ਇਹ ਸਫਾ 'ਚ ਲਿਖਿਆ ਸਾਹਮਣੇ। ਠੀਕ ਹੈ ਉਹ ਪੂਰੀ ਤਹਿਰੀਰ ਤੁਸੀਂ ਮਾਸ਼ਾਅੱਲਾ ਇੰਨੀ ਪਿਆਰੀ ਪੜ੍ਹੀ ਹੈ ਸ਼ੁਰੂ ਤੋਂ ਲੈ ਕੇ। ਕਿਸ ਸ਼ਖਸੀ ਦੀ ਇੱਥੇ ਗੱਲ ਹੋ ਰਹੀ ਹੈ?
ਮੁੱਦਈ ਨਬੂਵਤ ਦੀ ਗੱਲ ਹੋ ਰਹੀ ਹੈ, ਠੀਕ ਹੈ। ਤੇ ਮੁੱਦਈ ਨਬੂਵਤ ਜਦੋਂ ਵੀ ਆਂਦਾ ਕਿਸੇ ਵੀ ਰਿਆਸਤ ਦੇ ਵਿੱਚ, ਉਹ ਇੱਕ ਆਪਣਾ ਪੈਰਲਲ ਚੀਜ਼, ਜੇ ਅਗਰ ਝੂਠਾ ਹੈ ਤਾਂ ਇੱਕ ਪੈਰਲਲ ਨਿਜ਼ਾਮ ਖੜਾ ਕਰ ਦਿੰਦਾ ਹੈ ਹਕੂਮਤ ਦੇ ਵਕਤ ਦੇ ਖਿਲਾਫ, ਠੀਕ ਹੈ। ਤੇ ਉਹਦੀ ਸੂਰਤ 'ਚ ਇਹ ਹੁਕਮ ਹੁੰਦੇ ਹੈ ਨਾ, ਜੇ ਅਗਰ ਇਹ ਤਿੰਨੋਂ ਚੀਜ਼ਾਂ ਉਹਦੇ 'ਚ ਨਹੀਂ ਪਾਈ ਜਾਣਗੀਆਂ ਤੇ ਉਹ ਫਿਰ ਉਹਨੂੰ ਸੱਚਾਈ ਦੇ ਜ਼ਮਰੇ 'ਚ ਆ ਜਾਏਗਾ, ਅਦਰਵਾਈਜ਼ ਤੇ ਇਹ ਫਿਰ ਉਹਦੇ ਵਿੱਚ ਆ ਜਾਏਗਾ ਨਾ, ਝੂਠਾ ਹੋਏਗਾ, ਨਾ ਆਪਣਾ ਕਸਮ ਖਾਏ ਤੇ ਨਾ ਆਪਣੇ ਕੋਈ ਇਲਹਾਮ ਐਸੇ 23 ਸਾਲ ਤੱਕ ਜ਼ਾਹਿਰ ਕਰੇ ਤੇ ਨਾ ਕਤਲ ਕੀਤਾ ਜਾਵੇ। ਤੇ ਫਿਰ ਇਹ ਤੇ ਮੁੱਦੇ ਹੀ ਨਬੂਵਤ ਦੀ ਪਹਿਲੀ ਗੱਲ ਹੋ ਰਹੀ ਹੈ, ਤੇ ਇਹਦੇ 'ਚ ਸਿਰਫ ਉਸ ਮੁਰਤਦ ਦੀ ਗੱਲ ਹੋ ਰਹੀ ਹੈ ਜਿਹੜਾ ਮੁੱਦਾ ਹੀ ਨਬੂਵਤ ਹੋਵੇ, ਠੀਕ ਹੈ। ਮੈਨੂੰ ਤਾਂ ਸਰੀਰ ਤੋਂ ਇਹੀ ਸਮਝ ਆਇਆ, ਭਾਵੇਂ ਕਿਸੇ ਮਰਬੀ ਕੋਲੋਂ ਪੁੱਛ ਲੈਣਾ ਤਾਂ ਭਾਵੇਂ ਕਿਸੇ ਹੋਰ ਕੋਲੋਂ ਪੁੱਛਣਾ, ਉਹ ਵੀ ਤੈਨੂੰ ਇਹੀ ਗੱਲ ਦੱਸਣਗੇ। ਇਹਦੇ 'ਚ ਆਮ ਮੁਰਤਦ ਜਿਹੜਾ ਆਮ ਬੰਦਾ ਜਿਹੜਾ ਛੱਡ ਦਿੰਦਾ ਅਗਰ ਤੁਹਾਨੂੰ ਥੋੜਾ ਘੱਟ ਸਮਝ ਆਇਆ ਮੈਂ ਦੁਬਾਰਾ ਪੜ੍ਹ, ਅਗਰ ਤੁਹਾਨੂੰ ਥੋੜਾ ਉੱਤੋਂ ਸਾਰਾ ਮਜ਼ਮੂਨ ਹੀ ਮੁੱਦਾ ਹੀ ਨਬੂਵਤ ਦਾ ਚੱਲ ਰਿਹਾ, ਜਿਹੜਾ ਆਪਣੇ ਸਾਰੇ हाँ वो बिल्कुल मुद्दई नबूवत की गल हो रही है कि जेड़ा मुद्दई नबूवत इस्लाम की सल्तनत में सबूत देने में ये काफ़ी नहीं कि ऐसा शख्स जो मुद्दई नबूवत था मुसलमानों के कब्रिस्तान में दफन किया गया और ना उसका जनाजा पढ़ा गया, बल्कि काफ़ी सबूत के लिए ये साबित करना भी होगा कि वो कत्ल भी किया गया क्योंकि वो मुर्तद था। वजह वे क्योंकि ਉਹਨੇ ਨਬੂਵਤ ਦਾ ਦਾਵਾ ਕੀਤਾ ਹੈ ਝੂਠਾ, ਤੇ ਝੂਠਾ ਮੁਦਈਏ ਨਬੂਵਤ ਹੁੰਦਾ ਹੈ ਮੁਰਤਦ, ਤੇ ਜਿਹੜਾ ਮੁਰਤਦ ਹੁੰਦਾ ਉਹ ਹੁੰਦਾ ਹੈ ਵਾਜਬੁਲ ਕਤਲ, ਤੇ ਇਸਲਾਮੀ ਸਲਤਨਤ ਦੀ ਜ਼ਿੰਮੇਵਾਰੀ ਹੈ ਉਹਨੂੰ ਕਤਲ ਕਰੇ ਤੇ ਮੁਸਲਮਾਨਾਂ ਦੇ ਕਬਰਸਤਾਨ ਤੋਂ ਬਾਹਰ ਉਹਨੂੰ ਦਫਨ ਕਰੇ ਤੇ ਉਹਦਾ ਜਨਾਜ਼ਾ ਨਾ ਪੜਿਆ ਜਾਏ। ਇਹ ਮਿਰਜ਼ਾ ਸਾਹਿਬ ਕਹਿਣਾ ਚਾਹੁੰਦੇ ਨੇ। बिल्कुल बिल्कुल, ये उसी मुर्तद की बात हो रही है जो झूठा नबूवत का दावा करे, लोगों को गुमराह करे और एक मजमा अपने इर्द गिर्द इकट्ठा कर ले रियासत के खिलाफ, ठीक है। अब मैंने इस तहरीर से जो नतीजा निकाला वो मैंने आपको बता दिया। आप ज़ाहिर सी बात है, आपने जो इस तहरीर से समझा आप उस पर कायम रहेंगे, लेकिन आप किसी भी जमात के फ़र्द से आप पूछेंगे तो इस तहरीर से यही नतीजा निकालने मोहन का। साहब उत्ते तशरीफ लेना, मोहन साहब प्लीज़ तुसी उत्ते तशरीफ लेना, प्लीज़ कॉल पाना मोहन साहब एज अपना। मुझे फिर इजाज़त है, मैंने बता दिया आपको जो माननीय ਇਹਨਾਂ ਦੀ मखदूम ਪ੍ਰਾਈਵੇਟ ਆਈਡੀ ਮੈਂ ਕਾਲ ਨਹੀਂ ਚੁੱਕ ਸਕਦਾ ਜ਼ਿਆ ਭਾਈ, ਉਹਨਾਂ ਨੂੰ ਕਾਲ ਲੈਣਾ। ਮੋਹਨ ਸਾਹਿਬ ਉੱਤੇ ਆਣਾ ਜ਼ਰਾ, ਮੈਂ ਦੱਸਣਾ ਤੁਹਾਨੂੰ ਫਿਰ। नहीं, बहरहाल इसमें उस मुर्तद जो आम तौर पे लोग छोड़ के जाते हैं ਆਮ ਮੁਰਤਦ ਜਿਹੜਾ ਹੈ ਉਹ ਵਾਜਬੁਲ इसकी बात- ਕਤਲ ਨਹੀਂ, ਜਿਹੜਾ नहीं। ਮੁਰਤਦ ਝੂਠਾ ਦਾਵਾ ਨਬੂਵਤ ਦਾ ਕਰਕੇ ਤੇ ਮੁਰਤਦ ਹੋਵੇ ਉਹ ਵਾਜਬੁਲ ਕਤਲ ਹੈ। ਜੇ ਅਗਰ ਕੋਈ ਐਸਾ ਨਿਜ਼ਾਮ ਆਪਣਾ ਪੈਰਲਲ ਖੜਾ ਕਰ ਦਿੰਦਾ ਜਿਹੜਾ ਰਿਆਸਤ ਦੇ ਖਿਲਾਫ ਹੋਏ, ਜ਼ਾਰੀ ਜੀ ਗੱਲ ਹੈ, ਉਹਦੇ ਅਦਨਾਨ ਮਤਲੂਬ ਸਾਹਿਬ, ਅਦਨਾਨ ਮਤਲੂਬ ਸਾਹਿਬ ਮੁਸਲਮਾਨ ਕਜ਼ਾਬ ਸੀ, रियासत आ गई। ਮੁਸਲਮਾਨ ਮਤਲੂਬ ਸਾਹਿਬ ਕਜ਼ਾਬ ਸੀ, ਉਹਦੀ ਗੱਲ ਇੱਥੇ ਹੋ ਰਹੀ ਹੈ। ਮੋਹਨ ਸਾਹਿਬ ਉੱਤੇ ਜਿਹੜੇ ਤਸ਼ਰੀਫ ਲੋਕ ਲੈ ਆਓ ਉਹਦੀ ਗੱਲ ਨਹੀਂ ਪਲੀਜ਼। ਹੋ ਰਹੀ। ਅਦਨਾਨ ਮਤਲੂਬ ਸਾਹਿਬ ਮੈਂ 2 ਸਫੇ ਐਡੇ ਵਕਤ ਨਾਲ ਤਾਂ ਪੜੇ ਨੇ, ਉਹੀ ਮੈਂ ਉਹਦੇ ਫਾਇਦਾ ਹੋ ਗਿਆ ਨਾ, ਪਤਾ ਚੱਲ ਗਿਆ ਮੁੱਦੇ ਨਬੂਵਤ ਦੀ ਇੱਥੇ ਗੱਲ ਹੋ ਰਹੀ ਆਹੋ ਹੈ। ਮਦਈ ਨਬੂਵਤ ਦੀ ਗੱਲ ਹੋ ਰਹੀ, ਕਿਰੇ ਰਿਆਸਤ ਦੀ ਬਗਾਵਤ ਦੀ ਗੱਲ ਹੋਈ ਕਿਰੇ 2 ਸਫਿਆਂ 'ਚ ਸੁਣਿਆ ਜੀ ਕਿਰੇ? ਬਗਾਵਤ ਉਹਨੇ ਜਿਹੜਾ ਵੀ ਝੂਠਾ ਹੁੰਦਾ ਉਹ ਬਾਗੀ ਬਣ ਜਾਂਦਾ ਨਾ, ਆਪਣੇ ਗੁਰਦ ਐਸਾ ਮਜਮਾ ਇਕੱਠਾ ਕਰ ਲੈਂਦਾ, ਉਹ ਕਦੀ ਵੀ ਰਿਆਸਤ ਦੇ ਖਿਲਾਫ ਗੁੰਮਰਾਹੀ ਦੇ ਜ਼ੁਮਰੇ 'ਚ ਆ ਜਾਂਦਾ, ਕਸੀਰ ਤਾਦਾਦ 'ਚ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਬਣ ਜਾਂਦਾ। ਤੇ ਐਸਾ ਉਹ ਮੌਕਫ ਹੁੰਦਾ ਕਿ ਉਹ ਫਿਰ ਨਬੀ ਦੀ ਇਤਾਅਤ ਜਿਹੜੀ ਹੈ ਰਿਆਸਤ ਦੀ ਇਤਾਅਤ ਤੋਂ ਵੱਧ ਕੇ ਹੋ ਜਾਂਦੀ ਹੈ ਨਾ। ਜਿਹੜਾ ਐਸਾ ਕੋਈ ਬਾਗੀ ਆ ਗਿਆ। ਅਦਨਾਨ ਮਤਲੂਬ ਸਾਹਿਬ ਰਿਕਾਰਡਿੰਗ ਹੋਣ ਲੱਗੀ ਏ, ਸਿਆਣੀ ਗੱਲ ਕਰੋ ਜਿਹੜੀ ਤੁਹਾਨੂੰ ਪਸ਼ਮਾਨੀ ਦਾ ਬਾਇਸ ਨਾ ਬਣੇ ਬਾਅਦ 'ਚ। ਗੱਲ ਇਹ ਮੈਂ ਤਾਂ ਲਿਖੀ ਹੈ, ਤੁਹਾਨੂੰ ਦੱਸਦਾ, ਕੋਈ ਵੀ ਤੁਹਾਨੂੰ ਇਸ ਤਹਿਰੀਰ ਤੋਂ ਤੁਹਾਨੂੰ ਕਿਸੇ ਵੀ ਜਮਾਤ ਅਹਿਮਦੀਆ ਦੇ ਕਿਸੇ ਵੀ ਫਰਦ ਨਾਲ ਪੁੱਛ ਲਓਗੇ, ਉਹਦੇ 'ਚੋਂ ਜ਼ਰੂਰ ਤੁਹਾਨੂੰ ਇਹ ਕਹੇਗਾ ਇਹਦੇ ਆਮ ਜਿਹੜਾ ਮਤਲਬ ਛੱਡਣ ਵਾਲੇ ਲੋਕ ਨੇ ਉਹਦੀ ਗੱਲ ਹਰਗਿਜ਼ ਇੱਥੇ ਨਹੀਂ ਹੋ ਰਹੀ। ऐसा कोई संगीन शख्स है जिन्हें रियासत के खिलाफ एक पैरल निज़ाम कायम करने की कोशिश की है, ਉਹਦੀ ਗੱਲ ਹੋ ਰਹੀ ਹੈ। ਤੁਹਾਨੂੰ ਇਸ ਤਹਿਰੀਰ ਤੋਂ ਕੋਈ ਚੀਜ਼ ਮਿਲ ਰਹੀ ਹੈ ਨਹੀਂ ਮਿਲ ਰਹੀ, ਉਹ ਇੱਕ ਵੱਖਰਾ ਚੀਜ਼ ਹੈਗੀ ਹੈ, ਤੁਹਾਨੂੰ ਲੱਭਣੀ ਵੀ ਨਹੀਂ। ਤੁਹਾਡਾ ਇਸ ਤਹਿਰੀਰ ਤੇ ਆਪਣਾ ਮੌਕਫ ਕਾਇਮ ਰਹੇਗਾ। ਮੈਂ ਜਿੰਨਾ ਮਰਜ਼ੀ ਇੱਥੇ ਤਕਰੀਰਾਂ ਕਰ ਲਾਂ ਤੁਹਾਡੇ ਨਾਲ, ਤੁਹਾਡਾ ਮੌਕਫ ਇਹੀ ਰਹਿਣਾ ਐਂਡ ਤੱਕ, ਮਰਤੇ ਦਮ ਤੱਕ ਸ਼ਾਇਦ ਤੁਹਾਡਾ ਇਹੀ ਮੌਕਫ ਰਹੇਗਾ। ਤਹਿਰੀਰ ਤੁਸੀਂ ਕੱਢ ਲਿਆ, लेकिन ਇਹ ਮੌਕਫ ਜਿਹੜਾ ਹਕੀਕਤ ਤੇ ਮਬਨੀ ਨਹੀਂ ਹੈ। ਬਾਕੀ ਮੈਂ ਤੁਹਾਨੂੰ ਇਹ ਤਸੱਲੀ ਕਰਤੀ, ਮੈਨੂੰ ਫਿਰ ਇਜਾਜ਼ਤ ਦੇ, ਮੈਨੂੰ ਹਲੇ ਥੋੜਾ ਕੁਛ ਕੰਮ ਹੈਗਾ। ਬਾਕੀ ਤੁਸੀਂ ਤਾਂ ਚੁੱਕ ਲਓ, ਥੱਲੇ ਉਹ ਵੀ ਆਏ ਨੇ, ਥਰੂਟ ਸਿਕਰ ਭਾਈ ਵੀ ਆਏ ਨੇ, ਤੇ ਬਾਕੀ ਹੋਰ ਲੋਕ ਵੀ ਆਏ ਨੇ, ਤੁਸੀਂ ਗੱਲ ਕਰੋ। ਅਦਨਾਨ ਸਾਹਿਬ ਇੱਕ ਰੈੱਡ ਬੁੱਲ ਪੀ ਲਓ, ਮੈਂ ਤਾਂ ਆਨਾ। ਮਸਲਾ ਨਹੀਂ ਆ ਯਾਰ, ਉਹ ਕੋਈ ਮਸਲਾ ਨਹੀਂ ਹੈ। ਉਹ ਥੋੜੀ ਜੀ ਤਵੀਲ ਦਾ ਮੌਕਾ ਦਿਓ ਉਹਨਾਂ ਨੂੰ, ਉਹ ਤੇ ਪਹਿਲੇ ਜ਼ੇਨ ਬਣਾ ਕੇ ਬੈਠੇ ਕਿ ਫੁਲਕੀ ਤਵੀਲ ਮੈਂ ਰਾਣਾ ਸਾਹਿਬ ਖਾਮੋਸ਼, ਮੈਂ ਨਹੀਂ ਕਰਨ ਦੇਣੀ, ਯੂਟਿੰਗ ਨਹੀਂ ਕਰਨ ਦੇਣੀ। दनान साहब अच्छे आदमी ने फिर पढ़ो, एक बार फिर पढ़िए। इस्लाम की सल्तनत में सबूत देने में ये काफ़ी नहीं कि ऐसा शख्स जो मुद्दई नबूवत था मुसलमानों के कब्रिस्तान में
दफन किया गया और ना उसका जनाजा पढ़ा गया, बल्कि काफी सबूत के लिए ये साबित करना भी होगा कि वो कत्ल भी किया गया। ਉਹਦਾ ਕਤਲ ਕਰਨਾ ਵੀ ਜ਼ਰੂਰੀ ਸੀ। ਕਤਲ ਕਿਉਂ ਕਰਨਾ ਹੈ? क्योंकि वो मुरताद था। कत्ल इस गले करना है कि तो मुरताद देते, मुरताद जड़ा वाजिबुल कत्ल हुंदा है। आपको आज भी बताया था मरबी साहब ने भी, मुर्तद या आज इत्तेकाद तो मेरे करने भी वाले टाइम की लिया 2 हफ्ते 2 दिन दा। उनकी इकसाम होती है। एक आम मुर्तद होता है जिसने दीन अपना तब्दील कर लिया या उसने मजहब कोई दीगर इख्तियार कर लिया। एक मुर्तद वो होता है जो साजिशें करता है मजहब के खिलाफ या नबी के खिलाफ या रियासत के खिलाफ। यहाँ पे उस मुर्तद की बात हो रही है। आप इसको अमूमी हुक्म के तौर पर लागू कर रहे हैं। वो तो आपने करना ही है क्योंकि आपके अकीदे से वो मेल खाती है चीज़, लेकिन ऐसा हमारा हरगिज़ कोई अकीदा नहीं है ना कि कोई ऐप भी आपका। पिस्टल ना कटी, पिस्टल ना कटी, पिस्टल ना कटी बाहर। ਤੁਸੀਂ ਤਾਨਾ ਦੇ ਲੈ ਵੀ ਮੇਰੀ ਸਕਰੀਨਸ਼ਾਟ ਜ਼ਰਾ ਅੱਛੇ ਵਾਲਾ ਬਣੇ ਹੈ। ਮੈਂ ਕਿਹਾ ਜਵਾਨ ਮੁੰਡਾ ਹੋਣਾ ਚਾਹੀਦਾ ਨਾ, ਵੱਡੀ ਸਕਰੀਨ ਤੇ ਆਵੇ, ਇਸ ਤੇ ਬੁੱਢੇ ਬੰਦਿਆਂ ਸਾਡਾ ਕੀ ਕਰਨਾ। ਅੱਛਾ ਜੀ ਅਦਨਾਨ ਸਾਹਿਬ, ਗੁਜ਼ਾਰਿਸ਼ ਹੈ ਮੁਹਤਰਮ ਕਿ ਮਿਰਜ਼ਾ ਸਾਹਿਬ ਨੇ ਉਹਦੇ ਕਤਲ ਦੀ ਕੀ ਵਜ੍ਹਾ ਬਿਆਨ ਕੀਤੀ ਹੈ? ਉਹ ਤੇ ਯਾਰ ਇਸ਼ਾ ਜਿਹੜਾ ਹੁੰਦਾ ਨਾ 17 ਜਿੱਥੇ ਲੱਗਿਆ ਹੁੰਦਾ ਜਿਹੜਾ ਹਾਸ਼ੀਆ ਹੁੰਦਾ ਉਹ ਬੇਸਿਕਲੀ ਉੱਤੇ ਜਿਹੜਾ ਮਜ਼ਮੂਨ ਆਉਂਦਾ ਉਹਦੇ ਨਾਲ ਲਿੰਕਡ ਹੁੰਦਾ ਉਹ। ਹਾਂ ਇੱਥੇ ਜੇਕਰ ਜੋ ਵੀ ਹਰੂਫ ਲਫ਼ਜ਼ ਇਸਤੇਮਾਲ ਹੋਏ ਨੇ ਉਹ ਉਸ ਦਾ ਉਹ ਜਿਹੜਾ ਮਜ਼ਮੂਨ ਚੱਲ ਰਿਹਾ ਹੈ ਉਹਦੇ ਨਾਲ ਮੇਲ ਖਾਂਦੇ ਉਹਦਾ ਮਤਲਬ ਨਿਕਾਲਾ ਜਾਏਗਾ। ਮੁਰਤਦ ਇੱਥੇ ਕਿਹੜਾ ਜਿਹੜਾ ਉੱਥੇ ਜ਼ਿਕਰ ਹੋ ਰਿਹਾ ਜਿਸ ਸ਼ਖਸੀਅਤ ਦਾ ਯਾਰ ਜ਼ਿਕਰ ਕਿਸ ਸ਼ਖਸੀਅਤ ਦਾ ਹੋ ਰਿਹਾ? ਮੁੱਦਈ ਨਬੂਵਤ ਦਾ ਹੋ ਰਿਹਾ, ਠੀਕ ਹੈ। ਆਮ ਸ਼ਖਸੀਅਤ ਦਾ ਤੇ ਜ਼ਿਕਰ ਨਹੀਂ ਹੋ ਰਿਹਾ। ਇੱਕ ਮਿੰਟ ਵਕਾਸ ਸਾਹਿਬ ਤੁਸੀਂ ਉੱਤੇ ਆਓਗੇ ਜ਼ਰਾ, ਕੀ ਨਾਂ ਇਹਨਾਂ ਦਾ, ਇਹਨਾਂ ਲੈ ਲਓ ਇੱਕ ਮਿੰਟ, ਇਹਨਾਂ ਕੋਲ ਗੱਲ ਪੁੱਛ ਲਾ। ਇਹ ਨਹੀਂ ਪ੍ਰੋਗਰਾਮ ਮੇਰਾ ਮੁਹੰਮਦ ਓਵੈਸ। ਤਾਰਕ ਚੌਹਾਨ ਸਾਹਿਬ ਤੁਸੀਂ ਆ ਜੁੱਤੇ, ਉਹ ਵੀ ਨਹੀਂ ਆਏ, ਉਹ ਵੀ ਨਹੀਂ ਆਏ। ਯਾਰ ਸਾਰੇ ਬੰਦੇ ਦੂਰ ਦੂਰ ਤੱਕ ਕੇ ਡਰਦੇ ਪਏ ਹੋ। ਹਾਂਜੀ ਤੁਸੀਂ ਕੀ ਭਾਈ ਨਤੀਜਾ ਕੱਢਦੇ ਪਏ ਹੋ ਇਸ ਤਹਿਰੀਰ ਤੋਂ? ਬੜਾ ਮਸਲਾ ਖੜਾ ਹੋ ਗਿਆ ਭਾਈ। ਆਪਣੇ ਅਦਨਾਨ ਮਤਲੂਬ ਸਾਹਿਬ ਨੂੰ ਤੇ ਬੜੀ ਆਸਾਨ ਜੀ ਗੱਲ ਪੇਸ਼ ਕੀਤੀ ਹੈ, ਕੋਈ ਐਡੀ ਮੁਸ਼ਕਿਲ ਗੱਲ ਵੀ ਨਹੀਂ ਹੈ। ਤੇ ਮੈਂ ਫਿਰ ਪੜ੍ਹ ਕੇ ਤੁਹਾਨੂੰ ਦੱਸ ਦਿੰਦਾ ਵਾਂ। ਤੁਸੀਂ ਵੀ ਤਾਰਕ ਚੌਹਾਨ ਸਾਹਿਬ ਤੁਸੀਂ ਵੀ ਗੌਰ ਨਾਲ ਸੁਣਿਓ। ਇੱਕ ਮਿੰਟ ਮਾਈਕ ਮਿਊਟ ਰੱਖਿਓ ਵਕਾਸ ਸਾਹਿਬ। ਅਦਨਾਨ ਸਾਹਿਬ ਨਿਕਲ ਗਏ ਨੇ? ਅੱਛਾ ਠੀਕ ਹੈ, ਅਦਨਾਨ ਸਾਹਿਬ ਚਲੇ ਵੀ ਗਏ ਨੇ। ਇਹ ਕਿਤਾਬ ਹੈ ਰੂਹਾਨੀ ਖਜ਼ਾਇਨ ਦੀ 19ਵੀਂ ਜਿਲਦ 101 ਸਫਾ ਹੈ। ਉਹਦੇ 'ਚੋਂ ਮਿਰਜ਼ਾ ਸਾਹਿਬ ਗੱਲ ਪੇ ਕਰਦੇ ਨੇ ਕਿ ਤੁਸੀਂ ਉਹਨਾਂ ਝੂਠਿਆਂ ਮੁਲਹਿਮਾਂ ਦਾ ਮੇਰੇ ਸਾਹਮਣੇ ਤੁਸੀਂ ਲਿਆਂਦੇ ਪਏ ਹੋ ਕਿ ਫਲਾਣੇ ਨੂੰ ਮਿਲਾਮ ਹੁੰਦਾ, ਫਲਾਣੇ ਨੂੰ ਮਿਲਾਮ ਹੁੰਦਾ। ਐਸਾ ਬੰਦਾ ਪੇਸ਼ ਕਰੋ ਜਿਹੜਾ ਝੂਠਾ ਮਦਈਏ ਨਬੂਵਤ ਵੀ ਹੋਵੇ ਤੇ ਉਹ 23 ਸਾਲ ਦੇ ਅੰਦਰ ਅੰਦਰ ਉਹ ਮਾਰਿਆ ਵੀ ਗਿਆ ਹੋਵੇ ਤੇ ਫਿਰ ਉਹਨੂੰ ਮੁਸਲਮਾਨਾਂ ਦੇ ਕਬਰਸਤਾਨ 'ਚ ਵੀ ਨਾ ਦਫਨ ਕੀਤਾ ਗਿਆ ਹੋਵੇ। वैसे तो मैं 2 सफ़े पूरे पढ़ के सुनाए ने। क्या ऐसे मौलवी फासिक फाजर थे या नहीं जिन्होंने दीन में ऐसी लापरवाही जाहिर की और ये भी सबूत मांगे कि ऐसे लोग किन कब्रों में दफन किए गए? क्या मुसलमानों की कब्रों में या अलहदा और इस्लामी सल्तनत में कत्ल हुए या अमन से उम्र गुजारी? ਇਹਦੇ स्टार दे के ना सल्तनत दे मिर्ज़ा साहब ने ਇਹਦੀ तशरीह पहरे च की। कहते ने इस्लाम की सल्तनत में सबूत देने में ये काफ़ी नहीं कि ऐसा शख्स जो मुदय्य नबूवत था मुसलमानों के कब्रिस्तान में दफन किया गया और ना उसका जनाजा पढ़ा गया, बल्कि काफ़ी सबूत के लिए ये साबित करना भी होगा कि वो कत्ल भी किया गया क्योंकि वो मुर्तद था। की समझियो तुसी मिर्ज़ा साहब ਉਹਦੇ ਕਤਲ ਦੀ ਵਜ੍ਹਾ ਕੀ पे बयान करते हैं? सबूत कहते हैं ये भी साबित तुसां करना है कि वो कत्ल भी किया। ये नहीं कि सिर्फ वो कबर ना मुसलमानों के कब्रिस्तान च होवे ते जनाजा ना पढ़िया गया, यह काफ़ी नहीं है, बल्कि ਉਹਦੇ कत्ल का भी सबूत देना है। तो कत्ल क्यों? कत्ल का उन्हें वजह लिखिए, यह भी साबित करना है कि वो कत्ल भी किया गया हो क्योंकि वो मुर्तद था। की समझियो तुसी मिर्ज़ा साहब मुर्तद की सज़ा कत्ल नहीं पे कहते ਤੁਹਾਡੇ ख्याल च? ਲੱਗ ਤੇ ਹੀ ਰਿਹਾ। बड़ी साफ गल है, लगन वाली भी ये भी हल्का हल्का ही लग रहा है। ਹੁਣ ਗੱਲ ਇਹ ਆਮਰ ਭਾਈ ਕਿ ਮੈਨੂੰ ਯਾਦ ਆ ਗਈ ਆ ਮਲਕ ਕੈਸਰ ਸਾਹਿਬ ਦੀ ਗੱਲ। हाँ जी हाँ
मतलब कैसर साहब ਉਹ ਕੜੀਕੀ ਲੱਗੀ ਏ ਤੇ ਉਹ ਦੱਸਣ ਗਿਆ ਵਾ ਬੱਕਰੀ ਨੂੰ ਤੇ ਮੱਝ ਨੂੰ ਕਿ ਕੜੀਕੀ ਲੱਗ ਗਈ ਏ ਘਰ ਦੇ ਵਿੱਚ। ਅਦਨਾਨ ਮਤਲੂਬ ਸਾਹਿਬ ਚਲੇ ਗਏ, ਮੈਂ ਤਾਂ ਉਹਨਾਂ ਨੂੰ ਸੁਣਨਾ ਸੀ। ਉਹ ਤੁਸੀਂ ਦੇਖਿਆ ਨਹੀਂ ਹਾਲਾਤ ਤਾਂ ਗਰਗੋਂ ਹੋਏ ਸਨ ਤੋਂ ਨਾਲ ਹੀ ਨਿਕਲ ਗਏ ਨੇ। ਇਹਦੇ ਵਿੱਚ ਉਹ ਸਾਫ਼ ਤੌਰ ਤੇ ਇਹ ਲਿਖ ਰਹੇ ਨੇ, ਕਿਉਂਕਿ ਅਗਰ ਜਿਸ ਤਰੀਕੇ ਆ ਜੋ ਤਵੀਲ ਕਰ ਰਿਹਾ ਸੀ ਨਾ, ਜੋ ਤਵੀਲ ਇਹ ਕਰਕੇ ਗਿਆ ਕਿ ਉਹ ਮੁਰਤਦ ਸੀ ਜਿਹੜਾ ਮੁਦਈਏ ਨਬੂਵਤ ਹੁੰਦਾ, ਇਹਦਾ ਮਤਲਬ ਤਾਂ ਫਿਰ ਮਿਰਜ਼ਾ ਸਾਹਿਬ ਨੂੰ ਇਹ ਲਿਖਣਾ ਚਾਹੀਦਾ ਸੀ वो कत्ल भी किया गया क्योंकि वो मुदय्य नबूवत था, फिर ਇਹ ਲਿਖਦੇ। ਲੇਕਿਨ ਉਹਨਾਂ ਨੇ ਮੁਰਤਦ ਲਿਖਿਆ, ਯਾਨੀ ਕਿ ਸ਼ਰੀਅਤ ਦੇ ਵਿੱਚ ਮੁਰਤਦ ਦੀ ਸਜ਼ਾ ਕਤਲ ਆ। ਤੇ ਮੁਰਤਦ ਤਾਂ ਕਈ ਕਿਸਮ ਦੇ ਹੁੰਦੇ, ਜਿਹੜਾ ਵੈਸੇ ਫਿਰ ਜਾਏ, ਜਿਹੜਾ ਨਬੂਵਤ ਦਾ ਦਾਵਾ ਕਰ ਲੈ, ਕਈ ਤਰ੍ਹਾਂ ਨਾਲ ਬੰਦਾ ਮੁਰਤਦ ਹੁੰਦਾ। ਤੇ ਜਿਹੜੇ ਵੀ ਤਰ੍ਹਾਂ ਮੁਰਤਦ ਹੋਵੇ, ਮੁਰਤਦ ਤੇ ਸਜ਼ਾ ਕਤਲ ਆ। ਤੇ ਇਹਦੇ ਤੇ ਵੀ ਸਜ਼ਾ ਕਤਲ ਹੋਏਗੀ, ਕਿਵੇਂ ਇਹ ਮੁਰਤਦ ਸੀ, ਯਾਨੀ ਨਬੂਵਤ ਦਾ ਦਾਵਾ ਕਰਨਾ ਵੀ ਇਰਤਦਾਦ ਦੇ ਵਿੱਚੋਂ ਇੱਕ ਕਿਸਮ। ਤੇ ਉਹ ਤੇ ਸਾਫ਼ ਮੁਰਤਦ ਦੀ ਸਜ਼ਾ ਲਿਖ ਰਹੇ ਨੇ ਨਾ। ਅਗਰ ਇਹ ਖਾਸ ਇਹੀ ਹੁੰਦਾ ਕਿ ਉਹ ਮੁਰਤਦ ਜਿਹੜਾ ਮੁਦਈਏ ਨਬੂਵਤ ਹੋਵੇ, ਤੇ ਫਿਰ ਤਾਂ ਕੱਲਾ ਮੁਦਈਏ ਨਬੂਵਤ ਕਹਿਣਾ ਹੀ ਕਾਫੀ ਸੀ। ਸਿਰੁਲ ਖਿਲਾਫਾ ਦਾ ਵੀ ਹਵਾਲਾ ਥੱਲੇ ਕੋ ਦੇ ਰਹੇ ਬਾਅਦ ਪੜ੍ਹ ਲਾਂਗੇ, ਅਰਬੀ ਸਾਨੂੰ ਇੰਨੀ ਨਹੀਂ ਆਉਂਦੀ। ਤੁਸੀਂ ਜਿਹੜੀ ਨਹੀਂ ਉਹਦਾ ਉਰਦੂ ਤਰਜਮਾ ਹੈ, ਉਹਦੇ 'ਚ ਵੀ ਇਹੀ ਲਿਖਿਆ ਕਿ ਉਹ ਹਜ਼ਰਤ ਅਬੂ ਬਕਰ ਦੇ ਹਵਾਲੇ 'ਚ ਗਏ ਕਿ ਉਹਨਾਂ ਨੇ ਮੁਰਤਦਾਂ ਨੂੰ ਸਜ਼ਾ ਦਿੱਤੀ, ਹਾਂਜੀ ਕਤਲ ਕੀਤਾ। ਅੱਗੇ ਸਿਆ ਭਾਈ ਨੂੰ ਪੜ੍ਹ ਕੇ ਸੁਣਾਇਆ ਬੋਲਾ। ਭਾਈ ਉਹਦੀ ਉੱਤੇ ਜਿਹੜੇ ਤੁਸੀਂ ਲਫ਼ਜ਼ 2-3 ਪੜ੍ਹੇ ਸਨ ਨਾ, ਉਹਦੇ ਵਿੱਚ ਵੀ ਇਹੀ ਗੱਲ ਲਿਖੀ ਸੀ ਕਿ ਉਹਨਾਂ ਨੂੰ ਮੁਸਲਮਾਨੀ ਕਬਰਾਂ 'ਚ ਦਫਨਾਇਆ ਗਿਆ, ਜਾਂ ਉਹਨੂੰ ਕਿ ਦੂਜੀਆਂ ਕਬਰਾਂ 'ਚ ਮੁਸਲਮਾਨਾਂ ਦੇ ਕਬਰਸਤਾਨ ਤੋਂ ਬਾਹਰ ਦਫਨਾਇਆ ਗਿਆ। ਇਹਦਾ ਮਤਲਬ ਹੈ ਕਿ ਉਹ ਮੁਰਤਦ ਹੋਣ ਦੀ ਸਜ਼ਾ ਦੱਸ ਰਹੇ ਨੇ ਮਿਰਜ਼ਾ जी। ਸਾਹਿਬ। मुर्तद आमिर भाई, मुर्तद तो बहुत सारी किस्म के हैं, अब कोई एक किस्म तो नहीं है उसकी। वो तो सही बोल रहे हैं कि जो अरकान इस्लाम में से कोई एक को भी जो है उससे मुंह फेर ले, वो तो मुर्तद हो जाता है। जैसे ये मुनकरीन ज़कात थे हज़रत अबू बकर रज़ी अल्लाह अन्हु के दौर में, तो उन्होंने भी उनके ख़िलाफ़ जो है क़िताल करना चाहा। वो ज़कात नहीं सिर्फ देते थे, बाकी सारे काम तो वो करते थे। तो वो तो मुर्तादी हो गए ना, जो ज़कात से इनकार करके वो मुर्तादी हो गए। हाँ वही ना, वो एक किस्म है ना। अगर एक बंदा कहे इस्लामिक स्टेट में रह के कि मैं जो इधर रहूँगा लेकिन मैं वो नमाज नहीं पढ़ूँगा, बल्कि उसकी मुखालफत शुरू कर दी उन्होंने। नहीं, वो तो कासब जो बंदा ज़कात नहीं देता या नबूवत का दावा कर देता है, या वो इस्लाम के किसी और इस तरह के रुकन का बुनियादी जो ज़रूरियात है उसका इनकार कर दे, वो मुर्तादी है। मिर्ज़ा साहब ने एक मुर्ताद की किस्म बयान की है कि वो मुर्ताद जो आप कह रहे हैं कि वो मुसलमानों के कब्रिस्तान में भी ना दफन किया गया हो और उसका किसी ने जनाजा भी ना पढ़ा हो, ये काफ़ी नहीं है सबूत देने के लिए कि वो झूठा मुदय्यन नबूवत है। बल्कि उसका कत्ल भी मुझे आपने दिखाना है कि वो कत्ल भी किया गया हो अदालत अपना सल्तनत की तरफ, सल्तनत इस्लामिया की तरफ। क्यों? क्योंकि वो मुर्ताद भी था। अगर मुर्ताद की सज़ा कत्ल साबित हो जाए तो हमें आप सब मुसलमानों को कत्ल करना पड़ेगा। नहीं, वो बात की बात है, वो बात की बात है आपके बारे में समझते हैं ना, वो तो बात की बात है ना कि आपके बारे में क्या सोच रहे हैं। ग्राउंड तो बात हो सकता है। देखें, कत्ल भी फिर दो किस्म के हैं ना, एक तो फिजिकल कत्ल है, एक कत्ल है जो आप जिसको आप कहते हैं जहाद बिन नफ्स भी है। अब वो उसके कत्ल नहीं, ये रूहानी आ गई बात। रूहानी तौर पर तो कत्ल सारे हो चुके हैं। नहीं कत्ल देखिए, का मतलब कत्ल नहीं है। कत्ल का मैंने ऐसे ना करें कि उनकी देखें ना, एक बात अगर आप ले रहे हैं तो हो सकता है उन्होंने दूसरी जगह पे इस कत्ल के बारे में कुछ और तरह भी बताया हो। तो फिर जनाजा और कब्रिस्तान ये इसकी क्या तवील करेंगे आप? यार उनकी देखें, उनकी जितनी भी इबारतें, अगर आप जाके तारिक चौहान साहब बैठे हैं, इस तरह की बहुत सारी इबारतें हैं जहाँ पर आपको फिजिकली ऐसे ही महसूस हो रहा है कि ये सारा सिनेरियो जो है वो फिजिकली हो रहा है, लेकिन असल में जो मिर्ज़ा साहब ने लिखा हुआ है वो रूहानी तौर पे लिखा हुआ है। महसूस इबारत से यही होता है कि सारी बात उन्होंने फिजिकल ही की है। हाँ, मैंने मरबी साहब को कल अर्ज की है कि आप मिर्ज़ा साहब की 85 किताबें, मलफूजात, मजमुआ इश्तिहारात, मकतूबात कहीं से निकाल कर ये दिखा दें मिर्ज़ा साहब ने लिखा हो कि मुर्तद वाजिबुल कत्ल नहीं है, कहीं से दिखा दें। मैं मान लूँगा मिर्ज़ा साहब का ये मौक़िफ़ था। मैंने तो जो अच्छा, पहले मैंने डॉक्टर अब्दुल हकीम पटियालवी को मिर्ज़ा साहब ने साफ 2 लफ्ज़ों में लिखा हुआ है कि इस्लाम में मुर्तद की सज़ा कत्ल है, लेकिन वो कहते हैं कि ये काफ़ी नहीं। अदनान मतलूब साहब कहते हैं वो पटियालवी का ख़त मैं नहीं मानता, वो हमारी किताब नहीं है, वो हमारे मुसलमात नहीं है, वो रसाला अज़िक्रुल हकीम डॉक्टर अब्दुल हकीम पटियालवी ने छापा और उसमें उसने खतूत लिखे हुए।
अब मिर्जा साहब ने ये तो बताया है कि मेरे और डॉक्टर अब्दुल हकीम बटियालवी के दरमियान खत किताबत हुई है, लेकिन मिर्जा साहब ने अपने मकतूबात में खत इनको छापने के लिए दिए नहीं, छोड़े नहीं है, किसी वजह से ज़ाया हो गए होंगे। वो डॉक्टर अब्दुल हकीम बटियालवी ने छाप दिए। वहां से लेकर वो जो कलमतुल फसल है उसमें तहरीरें डाली हैं कि डॉक्टर अब्दुल हकीम बटियालवी को हमारे मसीह मऊद ने खत लिखते हुए ये कहा था कि खुदा ताला ने मेरे पर जाहिर किया है कि जिसको तेरी दावत पहुंची और उसने तुझे कबूल नहीं किया वो मुसलमान नहीं है। वो तहरीरें शामिल की हैं। अगले खत में ये बात लिखी हुई है कि इस्लाम में मुर्तद की सज़ा कत्ल है। कहते हैं ये तहरीर हमने नहीं माननी क्योंकि ये खत सही नहीं है, खत नाकाबिल एतबार है। अच्छा, दूसरा आमिर साहब, ये इन्होंने कोई ऐसे मुद्दई नबूवत के बारे में कोई लिखा हुआ है मिर्ज़ा साहब ने, जिन पे ये तीनों शराइत जो हैं वो पूरी आती हैं, मुर्तद भी हो, मुद्दई नबूवत भी हो, जनाजा। मुसलमा कज़ाब को मिर्जा साहब ने जा बजा मुर्तद लिखा हुआ है। तो उन पे ये शर्तें मलफूजात में भी मिर्जा साहब ने ये लिखा है कि नबूवत का झूठा दावे करने वाला वाजिबुल कत्ल है। हाँ, और फिर उन्होंने, मैंने वो आमिर नज़ीर साहब आपको भी भेजा था एक और मलफूजात का, जिसमें उन्होंने जिक्र किया है एक हदीस का कि किसी नाबीना ने अपनी माँ को कत्ल कर दिया था। तो वो उसका मुकदमा जब हज़रत मोहम्मद सल्लल्लाहु अलैहि वसल्लम के सामने पेश हुआ तो उसने कहा कि भाई उसने गुस्ताखी की थी आपकी बहुत ज़्यादा, इस तरह को वाक़या है। उसको नोट करते हुए मिर्ज़ा साहब कह रहे हैं कि ऐसी हमीयत व गैरत अब मुसलमानों में रही नहीं है। हाँ, लेकिन वहाँ मिर्ज़ा साहब ये नहीं कह रहे कि उसने गलत किया, कानून को हाथ में लिया, ऐसा उसको नहीं करना चाहिए था, बल्कि वो कह रहे हैं कि एक हमीयत व गैरत का उसने मुजाहरा किया जो अब मफकूद हो चुकी है। हाँ, मिर्जा साहब ने उसको दलील बनाया है। जी नहीं, आप क्या समझते हैं आमिर भाई और बाकी जो भाई हैं कि ये स्टेट का काम है या इटसेल्फ जिस बंदे के सामने ये वाक़या हो रहा है उस बंदे का काम है? स्टेट इस्लामी रियासत, हम कभी भी नहीं कहते कि नहीं, वो हमारे अंडर डिस्कशन नहीं है। डिस्कशन ये मुर्तद की सज़ा कत्ल है या नहीं, बस। नहीं, अभी वो हमारा डिस्कशन ये नहीं है, इम्प्लीमेंट की डिस्कशन नहीं है। अभी सिर्फ यही है कि इस्लाम में इसकी सज़ा असल बनती क्या है। इम्प्लीमेंटेशन पे बात आएगी तो ज़ाहिर रियासत में करना है। लेकिन डॉक्टर साहब वहाँ पे तो मिर्जा साहब ने इस्लामी सल्तनत का हवाला दिया हुआ भी। लेकिन उसमें फिर वो भी है ना, कत्ल किया गया हो, फिर उसके बाद मुद्दई नबूवत हो, मुर्तद हो, जनाजा भी उसका ना पढ़ाया गया हो, मुसलमानों के कब्रिस्तान में भी ना दफन किया गया हो। अब ये सारी शर्तें किसी एक बंदे के लिए जस्टिफाई करना टफ है। नहीं, वो तो मिर्जा साहब उनको वो जो है ना उलमाए नदवा, उनको वो मिर्जा साहब एक आर्गूमेंट दे रहे हैं कि 23 साल का वो पीरियड हो और फिर वो मतलब है कि मारा गया हो और मुसलमानों के कब्रिस्तान, वो एक अलग मौजू है। जो असल चीज़ है उस मौजू में से निकल कर आई वो ये है कि मिर्जा साहब कह रहे हैं कि उसका मुसलमानों के कब्रिस्तान में दफन ना होना काफ़ी नहीं है, जनाजा ना पढ़ा गया होना ये काफ़ी नहीं है, बल्कि उसका कत्ल होना भी ज़रूरी है। आपने ये भी सबूत देना है कि वो कत्ल भी किया गया हो, क्योंकि वो मुर्तद था तो उसको कत्ल करना चाहिए था। क्यों नहीं किया स्टेट ने? गल समझो कि नहीं समझे? ये भी जी तो वो मिर्जा साहब उसको दलील बना रहे हैं कि अगर आप मुझे ये सबूत सिर्फ पेश करेंगे कि वो मुसलमानों के कब्रिस्तान में दफन नहीं हुआ तो दैट्स नॉट इनफ। अगर ये भी साथ बता देंगे कि उसका जनाजा भी किसी मुसलमान ने नहीं पढ़ा तो ये भी काफ़ी नहीं है। आपने मुझे ये भी सबूत देना है कि वो कत्ल भी किया गया, रियासत ने उसको कत्ल भी किया, क्योंकि वो मुर्तद था। जी बोलो। जिसने मुर्तद होने के बाद अगर एक मुर्तद है उसको कत्ल नहीं किया गया, सिर्फ उसका जनाजा नहीं पड़ा और उसका कब्रिस्तान में नहीं दफनाया तो ये काफ़ी नहीं है। कत्ल होना भी ज़रूरी है। कत्ल होने की वजह यह है कि वो मुर्तद है। मतलब कि वो वजाहत नहीं है, उसकी दलील नहीं है उसके मुर्तद होने की। नहीं, मुर्तद होने की दलील तो उन्होंने बयान की है ना कि उसने नबूवत का दावा किया झूठा। नहीं, वो तो कर दिया, लेकिन एट द एंड वो कह रहे हैं कि इस्लामी जो सल्तनत है वो उसके अंडर जो है उसका कत्ल भी हो। हाँ, कत्ल होने की वजह सिर्फ यही बयान करते हैं ना कि क्योंकि वो मुर्तद है इसलिए वाजिबुल कत्ल है। तो फिर वो पीछे जो मुद्दई नबूवत लिखा है वो एक ही बात है।
अगर वो झूठा है मुद्दई नबूवत तो जाहिर सी बात है वो मुर्तद तो हो गया। हाँ, यही मिर्जा साहब के नजदीक मुर्तद वाजिबुल कत्ल है और मुसलमा भी मुर्तद था। मैं आपको दिखाता हूँ उसका सबूत अभी। हाँ, ये देखिए, मुसलमा को तो मेरे बुनियादी तौर पर मुद्दई नबूवत हो या ना हो, वो उस मुर्तद की सज़ा जो है उन्होंने कत्ल की है, वो मुद्दई नबूवत हो या गैर नबी हो। ये 22वीं जिल्द है रुहान ज़ाइन की, इसका सफ़ा नंबर है 163। ठीक हो गया जी। हकीकतुल वही किताब है 22वीं जिल्द में। इसमें मिर्ज़ा साहब लिखते हैं कि यहाँ से शुरू, हाँ, जो शख्स सरसरी तौर पर रसूल का ताबे हो गया और उसको शनाख्त नहीं किया और उसके अनवार से मतले नहीं हुआ, उसका ईमान भी कुछ चीज़ नहीं, और आखिर ज़रूर वो मुर्तद होगा जैसा कि मुसलमा कज़ाब। यानी अगर कोई बंदा इस्लाम कबूल करके अभी उसके अंदर इस्लाम दाखिल ही नहीं हुआ, अनवार इस्लाम के उससे वो मतले ही नहीं हुआ, तो उसका ईमान भी कोई चीज़ नहीं है। ईमान ऐसे नहीं आ जाता, आज आपने इस्लाम कबूल कर लिया है तो कल ही आप पक्के सच्चे मोमन बन जाएंगे। मिर्ज़ा साहब के कहने का मतलब ये है कि अभी उसका ईमान भी कोई चीज़ नहीं, आखिर वो ज़रूर मुर्तद होगा जैसा कि मुसलमा कज़ाब हुआ था, अब्दुल्ला बिन अबी सरा हुआ था और उबैदुल्ला बिन जहश हुआ था हज़रत सल्लल्लाहु अलैहि वसल्लम के ज़माने में। तो मुसलमा कज़ाब को मिर्ज़ा साहब मुर्तद ही मानते थे, और जो भी नबूवत का दावा नबी पाक के बाद करता है उन सब को मिर्ज़ा साहब मुर्तद मानते थे, और मुर्तद को मिर्ज़ा साहब वाजिबुल कत्ल मानते हैं। इसीलिए तो मिर्ज़ा साहब ने अपने दावा नबूवत को नबी पाक के आमिर भाई वो रखा है ना, जिसमें मुसलमा कज़ाब और असवदंसी का भी जिक्र किया उन्होंने। हाँ जी, हाँ जी। अमर भाई एक छोटी सी बात और क्लियर कर दें इसमें कि जैसे कि अब मुसलमा कज़ाब भी इस्लाम से निकल के उसने नबूवत का दावा किया था, मिर्ज़ा साहब ने भी इस्लाम से निकल के नबूवत का दावा किया था। ये इनका कहने का मतलब यही है कि जो भी इस्लाम से निकलेगा वो मुर्तद है, इसलिए कि वो उन्होंने नबूवत का दावा किया। देखिए, नबूवत का दावा अब क्रिश्चियनों में तो करता ही कोई नहीं ना, हिंदुओं में तो करता ही कोई नहीं, सिखों में तो करता ही कोई नहीं। नबूवत जो है ना वो सिर्फ मुसलमानों में है। नबी अलैहिस्सलातु वस्सलाम अव्वलुल मुस्लिमीन हैं, उनके बाद ये सिलसिला चला है, और नबूवत को हम ही मानते हैं। जो क्रिश्चियन हैं वो ईसा अलैहिस्सलाम को खुदा का वैसे ही बेटा मानते हैं, लेकिन पिछले नबियों को मेरे ख्याल है वो नबी ही मानते हैं। तो अगर आप ज़्यादा से ज़्यादा भी नबूवत को कहें तो वो मुसलमानों में, क्रिश्चियनों में और यहूदियों में, 3 अहले किताबों में, इनमें आप कह सकते हैं। दीगर जो गैर इल्हामी मज़ाहब हैं, हिंदू, सिख, वो पारसी वगैरह, वो तो नबूवत को मानते ही नहीं है। तो ला मोहल्ला मुसलमानों से ही वो कह रहे हैं कि मुसलमानों से जो बंदा उठ के नबूवत का दावा करता है वो बात। लेकिन उनके भी आमिर भाई कुछ जो मैंने स्टडी किया है, अगर ये इसको देखा जाए, हिंदू मत को देखा जाए, तो इसमें भी ये जो कृष्णा और बाकी करैक्टर्स का जो किरदार है, हालांकि वो बाय नेम तो उनको प्रॉफिट नहीं कहते, लेकिन अगर उनका करैक्टर देखा जाए तो वो वही ऐसे ही वर्क है जैसे हमारे यहाँ जैसे प्रॉफिट्स का है। हाँ, एक रहबर है, एक रहनुमा है जिसने कौम को सीधी राह पे चलाया है। यहाँ तक बात आपकी दुरुस्त है, लेकिन असल बात यह है ना कि उनकी तालीमात इतनी पुरानी और मादूम हो चुकी हैं कि वो शायद कोई उसमें से बात रह गई होगी। असली लोगों ने वक्त के साथ साथ अपनी ज़रूरत के तहत ही लिखी बस। आमिर भाई अब तारक चौहान साहब तो मुर्तद नहीं है ना, क्योंकि ये तो पैदाइशी कादियानी है, ये तो मुर्तद नहीं है ना। नहीं, अभी वो दूसरे मौजूद की तरफ ना जाएं, ये बात तो पहले क्लियर हो गई। और आपने वो वीडियो किसने रिकॉर्ड की है? अच्छा, दूसरा ये राना साहब ने जो बात की थी कि अब दोनों जो हैं, मिर्ज़ा साहब और मुसलमा कज़ाब, ये दोनों ही इस्लाम से हटके हैं, लेकिन ऐसा तो नहीं है। अब एक जो बंदा है मिर्ज़ा साहब, वो तो ख़ुद कह रहे हैं कि मैं उनकी ही अतात में जो है
वो फिर नबी को आगे डिस्क्राइब करते हैं कि मैं किन मानों में हूँ और जिन मानों में मैंने इनकार किया है वो किस लिए किया है, जबकि मुसलमा कज़ाब तो एक बिल्कुल सेम टाइम पीरियड में, सेम ज़माने में उसका डिफरेंट नरेटिव था। नहीं नहीं, मुसलमान भी कहता था और उसके पैरोकार भी कहते थे कि हम मोहम्मद रसूलुल्लाह सल्लल्लाहु अलैहि वसल्लम की नबूवत और रसूलियत की गवाही देते हैं, क्योंकि वो कहते थे मुसलमानों को कि कल क़यामत के दिन 2 गवाहियों की ज़रूरत होगी। तुम्हारे पास तो एक गवाही है, हमारे पास डबल गवाही है। हम ईसा को भी मानते हैं, नबी अलैहिस्सलाम को भी माना हमने और मुसलमा को भी माना, उसके पैरोकार दोनों को मानते थे। और मेरे ख्याल से उसकी थी भी यही शर्त कि आप जो है उनको भी माने और मुझे भी माने, हम दोनों जो है मिल के चलाते हैं। हाँ, उसने नबी पाक के आगे ये रखी थी। चले मुझे आमिर साहब इजाज़त दें, बहुत बहुत मेहरबानी। बाकी इंशाल्लाह मज़ीद लगाएंगे चक्कर। ओके जी, अल्लाह हाफ़िज़। अबू बकर मीर भाई तुसां कर ली रिकॉर्डिंग ते ये बड़ी बेहतरीन रिकॉर्डिंग हुई है। दनान मतलूब साहब इंज गायब होए ने जिस तरह ना वो ज़रबुल मिसल है गधे दे सिर तो सिंह गायब होंदे ने। ते बहुत ही बेहतरीन प्रोग्राम बनया। उन्हें पहला ही कहता सी भी जे मिर्जा साहब दी तू वहाएगा रसाले चो तो मैं मनांगा नहीं, ते जे वहाएगा रूहानी खजाइन चो तो मैं उसकी तवील कर लेंगा। मनना मैं नहीं, तवील भी उन्होंने को नहीं करनी हुई है। ये रूहानी खजाइन ਨੂੰ ਨਹੀਂ ਮੰਨਣਗੇ। उन्हें कहा जे तू वहाएगा खत डॉक्टर अब्दुल हकीम पटियालवी वाला हाँ ਉਹਨੂੰ मैं डिसोन करांगा क्योंकि वो साडे मुसलमात नहीं। ठीक है। ਤੇ ਮੈਂ ਕਿਹਾ ਜੇ ਮੈਂ ਰੂਹਾਨੀ ਖਜ਼ਾਨ ਚ ਵਹਾ, ਉਹਨੇ ਕਿਹਾ ਰੂਹਾਨੀ ਖਜ਼ਾਨ ਚ ਹੈ ਹੀ ਨਹੀਂ। ਮੈਂ ਕਿਹਾ ਜੇ ਮੈਂ ਵਹਾ ਦਿੱਤਾ, ਕਹਿੰਦਾ ਜੇ ਵਹਾ ਦਿੱਤਾ ਮੈਂ ਤਵੀਲ ਕਰ ਲਾਂਗਾ। ਅਮਰ ਭਾਈ ਵੈਸੇ ਇਹ ਗੱਲ ਹੈ ਤੁਸਾਂ ਇਹ ਮੈਂ ਤੁਹਾਨੂੰ ਦੱਸਾਂ ਇਹ ਗੱਲ ਨਹੀਂ ਮੰਨਣਗੇ, ਉਹਦੀ ਵਜ੍ਹਾ ਹੈ ਅੱਜ ਸਵੇਰ ਜਦੋਂ ਮੀਰ ਸਲੀਮ ਨਾਲ ਮੇਰੀ ਗੱਲ ਹੋਈ ਨਾ ਉਹਦੇ ਨਾਲ ਮੀਰ ਸਲੀਮ ਨਾਲ, ਤੇ ਮੇਰੇ ਕੋਲ ਰਿਕਾਰਡਿੰਗ ਮੌਜੂਦ ਹੈ ਉਹਦੀ। ਉਹਨੇ ਕਿਹਾ ਵਾ ਕਿ ਮਿਰਜ਼ਾ ਸਾਹਿਬ ਨੇ ਤਾਂ ਖੁਦ ਕਿਹਾ ਵਾ ਕਿ ਜਿਹੜੀ ਮੇਰੀ ਗੱਲ ਕੁਰਾਨ ਸੁਣਨ ਦੇ ਖਿਲਾਫ ਹੋਵੇ ਉਹਨੂੰ ਛੱਡ ਦਿਓ। ਇਹ ਵੀ ਜੇ ਮਾਰਨ ਲੱਗਾ ਸੀ, ਮੈਂ ਸੁਣਿਆ ਦਿਹਾੜੀ ਉੱਥੇ ਇਹ ਵੀ ਉਹ ਗੱਲ ਗਲਤ ਮਾਰਨ ਲੱਗਾ ਸੀ। ਮਿਰਜ਼ਾ ਸਾਹਿਬ ਨੇ ਇਹੋ ਜਿਹੀ ਗੱਲ ਕਿਰੇ ਨਹੀਂ ਕਹੀ ਹੈ ਕਿ ਮੇਰੀ ਕੋਈ ਗੱਲ ਕੁਰਾਨ ਸੁਣਨ ਦੇ ਖਿਲਾਫ ਹੋਵੇ ਤਾਂ ਉਹਨੂੰ ਦੀਵਾਰ ਤੇ ਦੇ ਮਾਰਾ। ਐਸਾ ਦੀ ਕੋਈ ਗੱਲ ਨਹੀਂ ਹੈ। ਤੇ ਫਿਰ ਇਲਾਮ ਦਾ ਕੀ ਕਰਨਗੇ ਜੇ ਅਗਰ ਉਹ ਕੁਰਾਨ ਹਦੀਸ ਤੋਂ ਬਾਹਰ ਹੀ ਇਲਾਮ ਪੇਸ਼ ਕੀਤੇ ਨੇ ਨਾ ਹੁਣ ਆਪਣੇ? ਨਹੀਂ ਨਹੀਂ, ਇਹੋ ਜਿਹੀ ਗੱਲ ਕਹੀ ਕੋਈ ਨਹੀਂ ਮਿਰਜ਼ਾ ਸਾਹਿਬ ਨੇ। ਉਹਨੂੰ ਬੰਦਾ ਹਵਾਲਾ ਮੰਗਣ ਵਾਲਾ ਉੱਥੇ ਹੀ ਹੁੰਦਾ, ਸਬੂਤ ਮੰਗਦਾ ਤੇ ਉਹਦੀ ਉੱਥੇ ਠੋਸ ਹੋ ਜਾਂਦੀ। ਉਹਨੇ ਛੱਡੀ ਹੈ, ਬਾਤ ਛੱਡੀ ਜਾ ਰਿਹਾ ਉੱਥੇ ਬਹਿ ਕੇ। मोहम्मद अवैस साहब आप क्या बात करना चाहते हैं? अभी कौन साहब हैं? अस्सलाम वालेकुम। वालेकुम सलाम जनाब। अल्हम्दुलिल्लाह। ये मैं मुताज में एक दो बातें ऐड करना चाहता हूँ। आपका ना आवाज साफ नहीं है, माइक का प्रॉब्लम है या कोई इस तरह का? अभी सही है? हाँ अब ठीक है, अब तो बिल्कुल सही है। अच्छा वो मुर्तद वाली आप अभी डिस्कस कर रहे थे ना बात जी, मैं उसमें एक दो बातें ऐड करना चाहता हूँ। एक तो ये है ना कि आम रियासत भी हो ना, उसका कोई फौजी भी हो तो वो जब गद्दारी करता है या जैसे बॉर्डर क्रॉस करता है या कोई इंफॉर्मेशन लीक करता है तो उसकी भी मतलब सज़ा यही होती है ना कि इसको पकड़ो और इसको कत्ल कर दो। तो ये मतलब इस्लाम से अगर कोई ऐसा निकलता है, पहले आता है फिर निकलता है। वो कुरान मजीद में भी एक है ना कि यहूदी या वो जो मुनाफिक थे वो कहते थे सुबह मुसलमान हो जाओ और शाम को मतलब फिर से काफिर हो जाओ, ताकि इनके जो साथी हैं ना इनके आसपास वाले उनको भी इस तरह हम इनसे दूर कर सकते हैं ना। तो अगर कोई इस तरह करता है तो ये तो फिर बहुत ख़तरनाक बात हो जाएगी ना। जी जी, मतलब औरों के लिए फिर बहुत वो बन जाएगा ना कि यार ये तो मतलब इनके तो अपने बंदे ही, मतलब वो एक मिसाल बन जाएंगे ना रियासत में भी और दूसरे मज़हब के लिए भी। ये इनके तो अपने बंदे इसी तरह कर रहे हैं कि जट साहब उत्ते ले आओ तशरीफ, मैं ਤੁਹਾਨੂੰ ਇਨਵਾਈਟ ਕੀਤਾ, ਉੱਤੇ ਆਓ ਤੇ ਤੁਸੀਂ ਵੀ ਕੋਈ ਦੱਸੋ ਆਪਣੀ ਰਾਏ ਇਸ ਇਬਾਰਤ ਦੇ ਉੱਤੇ। अपनी राय दो जी, बात जारी रखें। बस मेरा इतना ही था कि मतलब अगर एक रियासत छोटी सी रियासत भी हो वो गद्दारी के ऊपर मतलब वो नहीं छोड़ती बंदे को, तो फिर ये इस्लाम कोई मामूली या कोई मजाक तो नहीं है ना। मतलब इसीलिए फिर इसी तरह का वो रखा गया है कि
मुर्ताद की सज़ा कत्ल ही होगी। हाँ हाँ बिल्कुल, इस्लाम में दाखिले के लिए कोई सख्ती नहीं है। दाखिल होना चाहें ना दाखिल होना चाहिए, इस्लाम कबूल करना चाहें ना करना चाहिए, लेकिन और अगर फिर आपने करना है सोच समझ के करें। इसके बाद आपको निकलने का रास्ता नहीं है। आप अगर इस्लाम कबूल करने के बाद मुर्ताद होंगे तो फिर आप वाजिब, यानी फिर सारी उम्र मुनाफिक की तरह आप जिएंगे, छोड़ नहीं सकते। भाई पहले आपको मजबूर कौन कर रहा है कि आप कबूल करें? इस्लाम करना है तो सोच समझ के करें ना। किसी ने मेरी अगर बात कहा कि मैं नहीं कर रहा तो जाहिर फिर मुनाफिक बन के रहेगा ना, कि वो अच्छा, वरना गर्दन मारी मेरी जाएगी। बात सुने, मेरी बात सुने। जिस बीवी से आपने या मैंने निकाह किया तो वो ऐसे ही किया था ना, अल्लाह तवक्कल ट्रैवल सर्विस ही कंप्रोमाइज करके जिंदगी गुजार दी है ना। निकाह में तो तलाक हो जाती है। तलाक तो हो जाती है, लेकिन मैं कह रहा हूं कि जब बंदियों की मजबूरी बन जाती है तो लोग अपनी जिंदगी गुजार देते हैं ना, कि अब वापसी का रास्ता नहीं है, कहाँ जाएंगे? तारुचान साहब, वहां पे भी अल्लाह ताला कहता है कि तलाक मेरे लिए नापसंदीदा अमल है। अल्लाह पाक ने भी उसको वो तो नापसंदीदा अमल जायज किया। तो है, हलाल तो है, हराम तो नहीं है, लेकिन मेरा कहने हाँ, का है तो हलाल, लेकिन एक बात है ना, मुनाफिक की तरह जीना तो कोई जीना नहीं है। मुनाफिक की तरह जीते हैं लोग जो सारी जिंदगी अपनी बीवियों के साथ ना खुश होकर भी अपनी जिंदगी गुजार ही देते हैं ना। 99% लोग नाखुश हैं अपनी अज़दवाजी जिंदगी से। तो अंबर भाई, जो मैंने पहले क्वेश्चन पूछा था ना, वो इसलिए पूछा था कि बहुत सारे कादियानी दोस्त भाई बैठे हुए अगर थे जान मुरीद इधर। बन के रहें तो आप सारी उम्र खुश रहेंगे। मुझे देख लें, फिर अपने आप तो ने मैं तो बहुत खुश कैंसिल हूँ। कर लो ना। तो मैंने इसलिए क्वेश्चन पूछा था कि जो लोग तो चलो इस्लाम छोड़ के मुर्ताद हुए, उनकी सजा तो कत्ल है, लेकिन जो उनकी औलादें हैं उनके लिए मैंने इसलिए सवाल पूछा था कि उनके लिए क्लियर हो जाए कि उनकी सजा मुर्ताद वाली नहीं है मेरे ख्याल में। इस पर थोड़ा बयान कर दीजिएगा कि उनके ज़हन का खुलासा हो जाए तो अच्छी बात होती है। नहीं, ऑफ कोर्स जो लोग इस्लाम को, आप देखें ना, मिर्ज़ा साहब ने भी यही बात लिखी हुई थी कि अगर कोई बंदा इस्लाम कबूल करके अभी इस्लाम के अनवार से मतलब ही नहीं हुआ, जिसकी वो मिसाल दे रहे थे मुरब्बी साहब के, एक बंदा आया, उसने नबी पाक की बैत की, 3-4 रोज़ पता नहीं बीमार रहा, या वापस आया तो कहने लगा या रसूलल्लाह मेरी बैत वापस कर दें, तो अभी वो तो इस्लाम से आशना ही नहीं हुआ। जो इस्लाम कबूल करने के बाद इस्लाम को छोड़ता है वो वाजिबुल कत्ल है। आमिर भाई, मैं यहाँ पे एक बात बोलता हूँ कि मतलब एक बंदा जब इस्लाम में दाखिल होता है, जैसे आपने बोला कि अपनी मर्जी से दाखिल होता है, तो उसे हक और सच का पता चल जाए फिर ही उसे दाखिल होना चाहिए ना। लेकिन जब वो निकलेगा इस्लाम से तो फिर तो वो समझो अल्लाह और उसके रसूल के खिलाफ भी तो चला गया ना। तो फिर तो वो फिर उसको इमारत को गिराना चाहता है ना, फिर तो वो अल्लाह रसूल के खिलाफ लड़ना चाहता है। जब अल्लाह और रसूल के खिलाफ जो लड़ेगा तो फिर मतलब अल्लाह ने जो हुक्म दिया या अकल के भी हदीस में खिलाफ कुरान है, आयत नकल के भी खिलाफ है कि ऐसे बंदे को छोड़ा जाए जो बंदा इस्लाम कबूल करने के बाद छोड़ता है इस्लाम को। इस तरह तो मजहब जो है वो उसकी कोई बाउंड्रीज ना होंगी। तो मर्दाइयों फिर की कादियानियों को क्यों छोड़ा गया अमर भाई? पाकिस्तान में जो बहुत सारे कादियानी जो मुसलमान कादियानी हो रहे थे, तब तो इस्लामी रियासत बन चुकी थी, तो उनको क्यों छोड़ा गया? पाकिस्तान च हज़रत अबू बकर सदीक रज़ी अल्लाह तआला अन्हु दी हुकूमत सी, उत्थे ते आसिफ जरदारी जे सन ना, पहले भी तो हुण भी। ना, मतलब ये गलत हुआ ना। अगर वहां पे कुछ लोगों को ये सजा दी जाती तो बहुत सारे लोग इस फितने में ना आते। हाँ, पर वो सजा देने के लिए भाईजाना जिस चीज़ की ज़रूरत होती है ना, वो चीज़ अगर ना हो तो फिर सजा कैसे दी जा सकती है? मेरे काबल ने दी थी ना अमर भाई। वो उसने कहा था ना आज अमीर काबुल होरी ਜਿਹੜੇ ਨੇ ਨਾ, ਉਹਨਾਂ ਦੀ ਮਿੱਟੀ ਐਸੀ ਹੈ, ਉਹ ਪਦੈਸ਼ੀ ਤੌਰ ਤੇ ਜੰਗਜੂ ਕੌਮ ਨੇ। ਅਸੀਂ ਤੇ ਗੁਲਾਮ ਕੌਮ ਸਾਂ, ਸਿੱਖਾਂ ਦੇ ਗੁਲਾਮ, ਕ੍ਰਿਸਚਨ ਉਹਨਾਂ ਦੇ ਆਪਣਾ ਬਰਤਾਨੀਆ ਵਾਲਿਆਂ ਦੇ ਗੁਲਾਮ, ਫਿਰ ਭੌਂਕੇ ਇਹਨਾਂ ਦੇ ਗੁਲਾਮ। ਅਸੀਂ ਤੇ ਸਾਡੀ ਤੇ ਜ਼ਹਿਨ ਨੀਅਤ ਹੀ ਜਿਹੜੀ ਹੈ ਉਹ ਗੁਲਾਮੀ ਵਾਲੀ ਸੀ। ਜਿਹੜੇ ਮੀਰੇ ਕਾਬਲ ਹੋਰੀ ਨੇ ਉਹਨਾਂ ਦੀ ਔਲਾਦ ਨੂੰ ਨਾ
ਤੁਹਾਡੀਆਂ ਏਜੰਸੀਆਂ ਨੇ ਜਾ ਕੇ ਆਖਿਆ ਇਹਨੂੰ ਸਾਡੇ ਹਵਾਲੇ ਕਰ ਦਿਓ, ਇਹ ਅਸਾਮਾ ਬਿਨ ਲਾਦਨ ਨੂੰ ਅਮਰੀਕਾ ਸਾਨੂੰ ਬੜਿਆਂ ਸੌੜਿਆਂ ਕੀਤੇ। ਉਹਨਾਂ ਕਿ ਅਸੀਂ ਸਾਰੀ ਜ਼ਿੰਦਗੀ ਆਪਣੀ ਨਸਲ ਵਾਸਤੇ ਵੀ ਇਹ ਲਾਹਨਤ ਖੱਟ ਜਾਈਏ ਕਿ ਅਸੀਂ ਆਪਣੇ ਮਹਿਮਾਨ ਨੂੰ ਤੁਹਾਡੇ ਹਵਾਲੇ ਕਰ ਦਿੱਤਾ ਹੈ। ਇਹ ਅਸੀਂ ਮਰ ਸਕਨੇ ਹਾਂ ਤੇ ਆਪਣੇ ਵਾਸਤੇ ਆਪਣੀ ਨਸਲ ਵਾਸਤੇ ਇਹ ਲਾਹਨਤ ਨਹੀਂ ਖਰੀਦ ਸਕਦੇ ਹੈ। ਤੇ ਉਹਨੇ ਕਿਹਾ ਅਮਰੀਕਾ ਆ ਜਾਏਗਾ, ਤੁਹਾਡੇ ਤੇ ਹਮਲਾ ਕਰ ਦੇਗਾ ਤੇ ਤੁਸੀਂ ਉਹਦਾ ਮੁਕਾਬਲਾ ਨਹੀਂ ਕਰ ਪਾਓਗੇ। ਤੇ ਉਹਨਾਂ ਨੇ ਕਿਹਾ, ਉਹ ਸਦਰ ਕੀ ਨਾਂ ਸੀ ਉਹਨਾਂ ਦਾ, ਮੁੱਲਾ ਉਮਰ ਨੇ ਕਿਹਾ, ਮੁੱਲਾ ਉਮਰ ਨੇ ਕਿਹਾ ਗੱਲ ਸੁਣੋ, ਇਹ ਮੈਨੂੰ ਫੜ ਨਹੀਂ ਸਕਦੇ, ਤੁਸੀਂ ਘਰ ਟੁਰ ਜਾਓ, ਮੈਂ ਜਾਣਾ ਤੇ ਇਹ ਜਾਣਨ, ਮੈਂ ਇਹ ਪਹਾੜ ਦੇ ਪਰਲੇ ਪਾਸੇ ਹੋ ਜਾ, ਮੈਨੂੰ ਫੜ ਨਹੀਂ ਸਕਦੇ ਆ, ਅਸੀਂ ਲੜਦੇ ਮਰ ਜਾਾਂਗੇ ਤੇ ਅਸੀਂ ਇਹ ਕੰਮ ਨਹੀਂ ਕਰਨਾ। ਆਪਣੇ ਨਸਲ ਵਾਸਤੇ ਇਹ ਤੁਹਮਤ ਸਾਰੀ ਸਾਡੀ ਜਿਹੜੀ ਇਹ ਪੂਰੀ ਹਿਸਟਰੀ ਖਤਮ ਹੋ ਜਾਏਗੀ ਅਫਗਾਨਿਸਤਾਨ ਦੀ, ਕਿ ਉਹ ਗੱਦਾਰ ਨੇ ਜਿਨ੍ਹਾਂ ਨੇ ਆਪਣੇ ਮਹਿਮਾਨ ਨੂੰ ਦੁਸ਼ਮਣ ਦੇ ਹਵਾਲੇ ਕਰ ਦਿੱਤਾ। ਉਹਨਾਂ ਕਿਹਾ ਮੈਂ ਆਪਣੀ ਆਉਣ ਵਾਲੀ ਕੌਮ ਵਾਸਤੇ, ਆਪਣੀ ਨਸਲ ਵਾਸਤੇ ਇਹ ਲਾਹਨਤ ਨਹੀਂ ਖੱਟਣੀ, ਮੈਂ ਆਪਣੀ ਜਾਨ ਦੇ ਸਕਣਾ, ਮੈਂ ਪੂਰੀ ਕੌਮ ਮੈਂ ਜ਼ਿਬਾ ਕਰਵਾ ਸਕਣਾ, ਇਹ ਕੰਮ ਨਹੀਂ ਮੈਂ ਕਰਨਾ ਜਿਹੜਾ ਤੁਸੀਂ ਮੈਨੂੰ ਕਹਿੰਦੇ ਪਏ ਹੋ। ਉਹ ਕੌਮ ਸੀ ਜਿਨ੍ਹਾਂ ਮੁੱਲਾ ਲਤੀਫ ਨੂੰ ਤੇ ਅਬਦੁਰ ਰਹਿਮਾਨ ਨੂੰ ਸੰਸਾਰ ਕੀਤਾ ਸੀ ਨਾ, ਉਹ ਕੌਮ ਹੈ। ਤੇ ਅਸੀਂ ਤਾਂ ਗੁਲਾਮ ਆ, ਗੁਲਾਮ ਇਬਨ ਗੁਲਾਮ। ਸਿੱਖਾਂ ਦੀ ਹਕੂਮਤ ਜਿਹੜੀ ਸੀ ਨਾ, ਇਹ ਸਿੱਖ ਇੱਥੇ ਸੁਣਦੇ ਹੋਣਗੇ ਤੇ ਉਹ ਆਖਣਗੇ ਸਾਡਾ ਰਣਜੀਤ ਸਿੰਘ ਦਾ ਦੌਰ ਬੜਾ ਚੰਗਾ ਸੀ। ਉਹ ਖੁਦ ਅੱਛਾ ਹੋਏਗਾ ਹੁਕਮਰਾਨ, ਮੈਨੂੰ ਨਹੀਂ ਪਤਾ, ਲੇਕਿਨ ਜਦੋਂ ਹੁਕਮਰਾਨ ਆਪਣੀ ਕੌਮ ਦਾ ਹੁੰਦਾ ਤਾਂ ਸਾਰੀ ਕੌਮ ਦੀ ਜ਼ਮਾਨਤ ਨਹੀਂ ਦੇ ਸਕਦਾ। ਸਿੱਖਾਂ ਦੀ ਕੌਮ ਨੇ ਮੁਸਲਮਾਨਾਂ ਨਾਲ ਇੰਨਾ ਜ਼ੁਲਮ ਕੀਤਾ। ਖੁਦ ਮਿਰਜ਼ਾ ਸਾਹਿਬ ਨੇ ਵੀ ਕਿਤਾਬਾਂ 'ਚ ਉਹਦਾ ਜਗ੍ਹਾ ਜਗ੍ਹਾ ਜ਼ਿਕਰ ਕੀਤਾ ਹੈ। ਤੇ ਮੈਂ ਵੀ ਆਪਣੀਆਂ ਵੱਡਿਆਂ ਨਾਨਿਆਂ ਦਾਦਿਆਂ ਕੋਲੋਂ ਇਹ ਗੱਲਾਂ ਸੁਣੀਆਂ ਨੇ ਕਿ ਸਿੱਖਾਂ ਦੇ ਦੌਰ ਵਿੱਚ ਇੰਨਾ ਜ਼ੁਲਮ ਮੁਸਲਮਾਨਾਂ ਤੇ ਹੋਇਆ ਕਿ ਸਿੱਖ ਘਰੋਂ ਨਿਕਲਿਆ ਤੇ ਨਾਲ ਹੀ ਸਾਹਮਣੇ ਦਰਵਾਜ਼ੇ 'ਚ ਮੁਸਲਮਾਨ ਨਿਕਲਿਆ ਤੇ ਉਹਨੇ ਆਖਿਆ, ਓਏ ਸੁਲਿਆ ਇੱਧਰ ਆ, ਇਹ ਮੇਰੀ ਬਾਂਹ ਆਪਣੇ ਮੋਢੇ ਤੇ ਰੱਖ ਲੈ ਤੇ ਚੱਲ ਉਹ ਉੱਥੇ ਚੌਕ ਤੱਕ ਮੈਨੂੰ ਲੈ ਚੱਲ। ਐਵੇਂ ਹੀ ਬਾਂਹ ਧਰ ਛੜੀ ਉਹਦੇ ਮੋਢੇ ਦੇ ਉੱਤੇ। ਉਹ ਬਾਂਹ ਦੇ ਅੱਗੇ ਹੀ ਉਹਦੇ ਨਾਲ ਸੀ, ਉਹ ਬਾਂਹ ਦਾ ਕਿੰਨਾ ਕੁ ਵਜ਼ਨ ਹੁੰਦਾ ਹੈ, ਉਹ ਬਾਂਹ ਉਹਦੇ ਮੋਢੇ ਤੇ ਧਰ ਕੇ ਉਹਨੇ ਕਿਹੜਾ ਸਫ਼ਰ ਕੀਤਾ ਹੈ, ਸਿਰਫ ਅਜ਼ੀਅਤ ਦੇਣ ਵਾਸਤੇ, ਜ਼ਲੀਲ ਕਰਨ ਵਾਸਤੇ। ਮੁਸਲਮਾਨਾਂ ਨਾਲ ਸਿੱਖਾਂ ਦੇ ਦੌਰ 'ਚ ਐਸਾ ਜ਼ੁਲਮ ਹੈ। ਮੁਸਲਮਾਨ ਬੜੀ ਉੱਥੇ ਹਿੰਦੁਸਤਾਨ ਦੇ ਵਿੱਚ ਤਕਲੀਫ ਦੇ ਦਿਨ ਕੱਢੇ ਨੇ। ਜਿਨ੍ਹਾਂ ਲੋਕਾਂ ਨੇ ਧੀਆਂ ਦੇ ਪੁੱਤਰ ਜ਼ਬਾ ਕਰਾ ਕੇ ਆਪਣੀਆਂ ਜਾਇਦਾਦਾਂ ਛੱਡ ਕੇ ਪਾਕਿਸਤਾਨ ਨਾਲ ਸਫ਼ਰ ਕੀਤਾ, ਉਹਨਾਂ ਸੌਖੇ ਸਾਈ ਨਹੀਂ ਕੀਤਾ। ਉਹਨਾਂ ਅੱਖਾਂ ਨਾਲ ਉਹ ਤਮਾਸ਼ੇ ਤੱਕੇ ਸਨ ਹਿੰਦੁਸਤਾਨ ਦੇ ਵਿੱਚ ਕਿ ਇੱਥੇ ਅਸੀਂ ਜ਼ਿੰਦਗੀ ਨਹੀਂ ਗੁਜ਼ਾਰ ਸਕਦੇ, ਇਹ ਤੋਂ ਨਿਕਲ ਜਾਣਾ ਚੰਗਾ। ਤੇ ਮਹਾਜਰ ਕੌਣ ਨੇ? ਸਾਰੇ ਪੰਜਾਬ ਵਾਲੇ ਨੇ ਨਾ, ਕੋਈ ਉੜੀਸਾ 'ਚੋਂ ਬੰਦੇ ਆਏ ਨੇ ਜਾਂ ਉਹਦੇ 'ਚੋਂ ਅੰਮ੍ਰਿਤਸਰ ਤੋਂ, ਕੇਰਲਾ 'ਚ, ਅੰਮ੍ਰਿਤਸਰ, ਨਾਗਪੁਰ, ਜਲੰਧਰ, ਪੰਜਾਬੀ, ਸਾਰਾ ਪੰਜਾਬੀ ਸੀ ਨਾ, ਪੰਜਾਬੀ ਸੀ ਨਾ ਮਹਾਜਰ ਸਾਰਾ। ਹਾਂਜੀ, ਅਸੀਂ ਖੁਦ ਮਹਾਜਰ ਹਾਂ, ਜ਼ਿਲ੍ਹਾ ਗੁਰਦਾਸਪੁਰ, ਪਿੰਡ ਭੋਲਾ ਸਾਡਾ। ਮਲਕਾ ਹਿੰਦੁਸਤਾਨ ਨੂਰ ਜਹਾਨ ਦੀ ਕਬਰ ਖੋਦ ਕੇ ਉਹਦੀਆਂ ਹੱਡੀਆਂ ਕੱਢ ਕੇ ਉਹਨੇ ਕੁੱਤਿਆਂ ਨੂੰ ਪਾਈਆਂ ਸੀ। ਕੀ ਆਖਿਆ ਜੀ? ਮਲਕਾ ਹਿੰਦੁਸਤਾਨ ਨੂਰ ਜਹਾਨ ਦੀ ਕਬਰ ਖੋਦ ਕੇ ਨਾ ਰਣਜੀਤ ਸਿੰਘ ਨੇ ਉਹਦੀਆਂ ਹੱਡੀਆਂ ਕੁੱਤਿਆਂ ਨੂੰ ਪਾਈਆਂ ਸੀ ਉਹਨੇ, ਹਾਂ, ਸਿਰਫ ਅਜ਼ੀਅਤ ਦੇਣ ਵਾਸਤੇ। ਜੀ ਉਹਨਾਂ ਨੇ ਬੜਾ ਜ਼ੁਲਮ ਕੀਤਾ ਪੰਜਾਬ ਦੇ ਵਿੱਚ। ਮਕਬਰਿਆਂ ਦੇ ਉੱਤੋਂ ਪੱਥਰ ਉਤਾਰ ਕੇ, ਗੋਲਡਨ ਟੈਂਪਲ ਦੇ ਉੱਤੇ ਅੱਜ ਵੀ ਪੱਥਰ ਲੱਗਾ ਹੈ ਪਾਕਿਸਤਾਨ 'ਚ, ਅੱਜ ਵੀ ਉਹ ਗੰਜੇ ਮਕਬਰੇ ਸਦਾਏ ਜਾਂਦੇ ਨੇ ਜਿਹੜੇ ਨਹੀਂ ਇਹਨਾਂ ਨੂੰ ਇੱਕ ਤਾਕਤ ਤੇ ਅੰਮ੍ਰਿਤਬਾਈ ਦਿੱਤੀ ਗਈ ਸੀ ਜਦੋਂ ਬੱਸਾਂ ਭਰ ਕੇ ਰਵੇ ਜਾਂਦੀਆਂ ਸਨ, ਠੀਕ ਹੈ। ਫਿਰ ਜਦੋਂ ਇਹਨਾਂ ਦਾ ਗੌਰਮੈਂਟ ਤੇ ਅਸਰ ਰਸੂਖ ਸੀ, ਇਹਨਾਂ ਨੂੰ ਇੱਕ ਤਾਕਤ ਤੇ ਦਿੱਤੀ ਗਈ ਸੀ ਨਾ ਪਾਕਿਸਤਾਨ ਦੇ ਵਿੱਚ। ਕਿੰਨੇ ਦਿੱਤੀ ਤਾਕਤ? ਨਹੀਂ, ਕਿਸੇ ਨੇ ਕੋਈ ਰਲ ਕੇ ਨਹੀਂ ਦਿੱਤੀ ਹੈ, ਬਸ ਉਹ ਆਪ ਹੀ ਆਪਣੀ ਤਾਕਤ ਨੂੰ ਇਸਤੇਮਾਲ ਕਰਨਾ ਚਾਹੁੰਦੇ ਸੀ। ਬੜੇ ਸ਼ਾਤਰ ਸਨ, ਪਿਓ ਪੁੱਤਰ, ਦਾਦਾ ਪੋਤਰਾ ਪੜਪੋਤਰਾ, ਸਾਰੇ ਵਾਰਦਾਤੀ ਨੇ। ਇਹਨਾਂ ਉੱਥੇ ਇੱਕ ਬਣਾਈ ਸੀ ਗੈਂਗ, ਉਹਦਾ ਨਾਂ ਸੀ ਵਲੰਟੀਅਰ ਫੋਰਸ, ਜਿਹੜੀ ਉੱਥੇ ਕਾਦੀਆਂ 'ਚ, ਫਿਰ ਇੱਥੇ ਆ ਫੁਰਕਾਨ ਫੋਰਸ ਬਣਾ ਲਈ। ਬਦਮਾਸ਼ੀ ਜ਼ਹਿਨ ਦੇ ਸਨ ਸ਼ੁਰੂ ਤੋਂ। ਇਹਨਾਂ ਦੀ ਸੋਚ ਇਹ ਸੀ ਕਿ ਜਿੱਥੇ ਜਾਓ ਉੱਥੇ ਆਪਣਾ ਅਸਰ ਰਸੂਖ ਬਣਾਓ, ਆਪਣੀ ਤਾਕਤ ਨੂੰ ਸਟੈਬਲਿਸ਼ ਕਰੋ, ਕਿਉਂਕਿ ਤੁਸੀਂ ਦੁਨੀਆ ਦਾ ਹੁਕਮਰਾਨੀ ਕਰਨੀ। ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਕੀੜਾ ਹੈ ਨਾ, ਉਹ ਸਿਰਫ ਇਹ ਨਹੀਂ ਹੈ ਕਿ ਬਈ ਅਸੀਂ ਇਹ ਸੂਬਾ ਜਾਂ ਜ਼ਿਲ੍ਹਾ, ਨਾ, ਉਹ ਬਹੁਤ ਉੱਪਰ ਦੀ ਸੋਚਦੇ ਰਹਿੰਦੇ ਨੇ। ਮਿਰਜ਼ਾ ਸਾਹਿਬ ਦਾ ਐਲਾਨ ਹੈ ਆਰੀਆ ਕਾ ਬਾਦਸ਼ਾਹ, ਆਰੀਓਂ ਕਾ ਬਾਦਸ਼ਾਹ। ਤੇ ਆਰੀਓਂ ਕਾ ਬਾਦਸ਼ਾਹ ਤੇ ਤਾਂ ਪੂਰਾ ਹੋ ਸਕਦਾ ਜੇ ਹਿੰਦੁਸਤਾਨ ਪੂਰਾ ਇਕੱਠਾ ਹੋਵੇ ਤੇ ਪੂਰਿਆਂ ਦੇ ਅਸੀਂ ਉੱਤੇ ਛਾ ਜਾਈਏ, ਮਰਜ਼ਾਈ ਹਰ ਪਾਸੇ ਹੋ ਜੇ।
ਪੂਰੇ ਹਿੰਦੁਸਤਾਨ ਦਾ 27 ਕਰੋੜ ਸਾਡਾ ਤੇ 1 ਅਰਬ ਤੇ 30-40 ਕਰੋੜ ਉਹਨਾਂ ਦਾ, ਯਾਨੀ 2 ਅਰਬ ਜਿਹੜਾ ਬੰਦਾ 35 ਹੈ ਕਰੋੜ ਹੈਂ ਬੰਗਲਾਦੇਸ਼ ਸਮੇਤ ਵੀ 25-26 ਕਰੋੜ ਉਹਨਾਂ ਦਾ ਵੀ ਪਾ ਲਓ। 35 ਕਰੋੜ ਇੰਡੀਆ ਦੀ ਆਬਾਦੀ ਨਾ। ਹਾਂਜੀ, ਮੈਂ ਉਹੀ ਅਰਜ਼ ਪਿਆ ਕਰਨਾ ਕਿ 1.25 ਅਰਬ ਤੋਂ ਉੱਤੇ ਉਹਨਾਂ ਦੀ ਏ ਤੇ ਦੂਜਾ ਬੰਗਲਾਦੇਸ਼ ਪਾਕਿਸਤਾਨ ਲਾ ਕੇ 2 ਅਰਬ ਦੀ ਆਬਾਦੀ ਬਣ ਜਾਂਦੀ। 200 ਕਰੋੜ ਪਾਪੂਲੇਸ਼ਨ ਦੇ ਉੱਤੇ ਉਹਨਾਂ ਦਾ ਖਾਬ ਸੀ ਬਾਦਸ਼ਾਹੀ ਕਰਨ ਦਾ, ਬਸ਼ੀਰੁੱਦੀਨ ਮਹਿਮੂਦ ਅਹਿਮਦ ਦਾ। 200 ਕਰੋੜ ਇਨਸਾਨਾਂ ਦੇ ਉੱਤੇ ਖਾਬ ਵੜ ਗਿਆ ਉਹਨਾਂ ਦਾ। ਇਹ ਤੇ ਜਿੱਥੇ ਆ ਕੇ ਬਹਿ ਗਏ ਨੇ, ਇਹਨਾਂ ਦੀਆਂ ਤੇ ਆਪਣੀਆਂ ਨਸਲਾਂ ਸਾਰੀਆਂ ਜਿਹੜੀਆਂ ਨੇ ਉਹ ਤੋਬਾ ਨਾਉਜ਼ ਬਿਲਾ ਤਬਾਹ ਹੋ ਰਹੀਆਂ ਨੇ, ਮੁਲਹਿਦ ਹੋ ਰਹੀਆਂ ਨੇ। ਲੜਕੀ ਨਾਲ ਸ਼ਾਦੀ ਕਰ ਰਹੀ, ਲੜਕਾ ਲੜਕੇ ਨਾਲ ਕਰ ਰਿਹਾ ਹੈ। ਇਹ ਤਾਂ ਖੁਦ ਤਬਾਹ ਹੋ ਰਹੀਆਂ ਕੌਮਾਂ ਜਿੱਥੇ ਆ ਕੇ ਬਹਿ ਗਏ ਨੇ ਨਾ, ਇਹ ਕੁਝ ਵੀ ਨਹੀਂ ਹੁਣ ਕਰ ਸਕਦੇ, ਮਰਲਾ ਜ਼ਮੀਨ ਨਹੀਂ ਲੈ ਸਕਦੇ। ਤਾਰੋ ਚੌਹਾਨ ਸਾਹਿਬ ਨੇ ਵੀ ਇਕਤਬਾਸ ਪੜਿਆ ਸੀ ਜਿਹਦੇ ਵਿੱਚ ਉਹ ਖਲੀਫਾ ਸਾਹਿਬ ਇਹਨਾਂ ਦੇ ਬਲੋਚਿਸਤਾਨ ਵੱਲ ਨੂੰ ਫਿਰਦੇ ਸੀਗੇ। ਹਾਂ, ਉਹ ਵੀ ਅਸੀਂ ਕੋ ਲੈਣਾ, ਉਹਨੇ ਮਾਰ ਕੇ ਬਾਂਦਰ ਬਣਾ ਦੇਣਾ ਸੀ ਇਹਨਾਂ ਨੂੰ। ਬੜੀਆਂ ਉਹਨਾਂ ਤਰਕੀਬਾਂ ਰਲਾਈਆਂ ਨੇ ਪਾਕਿਸਤਾਨ ਬਣਨ ਤੋਂ ਬਾਅਦ ਵੀ, ਕਦੇ ਬਲੋਚਿਸਤਾਨ ਕਦੇ ਕਸ਼ਮੀਰ ਵੱਲ ਮੂੰਹ ਕਰਦੇ ਸਨ, ਕਦੇ ਕਿਸੇ ਪਾਸੇ ਇੱਥੇ ਟੋਟਾ ਲੱਭ ਜੇ ਉੱਥੇ ਟੋਟਾ ਲੱਭ ਜੇ। ਤੇ ਨਹੀਂ ਹੁਣ TLP ਫੋਰਸ ਨੇ ਚੰਗਾ ਅੱਗੇ ਲਾਇਆ ਹੈ ਅੱਜ ਕੱਲ, ਹੁਣ ਠੀਕ ਹੋਏ ਨੇ। ਖਾਸ਼ ਉਹਨਾਂ ਦੀ ਬਹਰਹਾਲ ਜਿਹੜੀ ਹੈ ਨਾ, ਉਹ ਬੜੀ ਵੱਡੀ ਜੀ ਤੇ ਬੜੀ ਲਾਮਤਨਾਈ ਸੋਚ ਉਹਨਾਂ ਦੇ ਅੰਦਰ ਕਿ ਅਸੀਂ ਪੂਰੀ ਦੁਨੀਆ ਜਾਂ ਕਮ ਅਜ਼ ਕਮ ਹੈ ਜਿਹੜਾ 200 ਕਰੋੜ ਬੰਦਾ ਇੱਥੇ ਵਸਦਾ ਹੈ ਨਾ ਬਰੇ ਸਗੀਰ ਵਿੱਚ, ਇਹਦੇ ਉੱਤੇ ਸਾਡੀ ਹਕੂਮਤ ਹੋਣੀ ਚਾਹੀਦੀ ਹੈ। ਲੇਕਿਨ ਇੰਡੀਆ 'ਚ ਤੇ ਉਹ ਨਹੀਂ ਵੱਧ ਰਹੀ, ਬਿਲਕੁਲ ਨਹੀਂ ਵੱਧ ਰਹੀ। ਇਹ ਤੇ ਚਲੋ ਪਾਕਿਸਤਾਨ 'ਚ ਤਾਂ ਚਲੋ ਹੋ ਗਿਆ ਨਾ ਜਿਹੜਾ ਹੋਣਾ ਸੀ, ਹੁਣ ਤੇ ਖੈਰ ਕੋਈ ਕਾਦੀਆਨੀ ਵੀ ਨਹੀਂ ਹੁੰਦਾ, ਰੋਜ਼ ਕਾਦੀਆਨੀ ਦੀ ਬ੍ਰੇਕਿੰਗ ਨਿਊਜ਼ ਸੁਣ ਲਓ। ਅਫਰੀਕਾ ਵਿੱਚ ਕੁਝ ਮੁਲਕ ਪੂਰੇ ਅਹਿਮਦੀ ਹੋਣ ਵਾਲੇ ਨੇ। ਅਸਤਗਫੁਰੁल्लाह, ਇਹ ਕਿਹਦੀ ਆਪਣਾ ਆ ਗਿਆ ਟਰੂਥ ਸੀਕਰ। ਟਰੂਥ ਸੀਕਰ ਪਰਚੀ ਕਿੰਨੇ ਦੀ ਬਣਵਾਈ ਆ, ਕਦੋਂ ਬਣਵਾਈ ਆ, ਕਿੰਨੇ ਦਿਨ ਹੋ ਗਏ ਨਹੀਂ? ਕੋਈ ਗੱਲ ਨਹੀਂ, ਟਰੂਥ ਸੀਕਰ ਅਸੀਂ ਆਟੇ ਦੀ ਬੋਰੀ ਦੇ ਕੇ ਫਿਰ ਮੁਸਲਮਾਨ ਕਰ ਲਾਂਗੇ। ਉਹ ਵਿਚਾਰੇ ਗਰੀਬ ਆ ਤੇ ਉਹ ਗਰੀਬ ਰੋਟੀ ਦੇ ਵਾਸਤੇ ਹੋ ਜਿੱਦਾਂ ਮਰਜ਼ੀ ਹੋ ਜਾਣ। ਨਹੀਂ ਉਹ ਇਹਨਾਂ ਨੂੰ ਵੀ ਸਾਈਨ ਕਰ ਦਿੰਦੇ ਨੇ ਤੇ ਕ੍ਰਿਸਚਨਾਂ ਨੂੰ ਵੀ ਸਾਈਨ ਕਰ ਦਿੰਦੇ ਨੇ। ਜਾਂਦੇ ਨੇ ਤੇ ਉਹਨਾਂ ਨੇ ਇੱਥੇ ਸਾਈਨ ਕਰ ਲਓ। ਉਹ ਨਾਰਾ ਉਹਨੇ ਲਾਇਆ ਅੰਨੀ ਮਾਗਾ ਜਾਂ ਮਸਰੂਰ। ਆਮਿਰ ਭਾਈ, ਉਹ ਅਸੀਂ ਇਲੈਕਸ਼ਨ ਲੜਿਆ ਨਾ ਪਹਿਲਾਂ ਜਦੋਂ, ਤੇ ਆਜ਼ਾਦ ਸਾਂ ਸੀ, ਤੇ ਉਹ ਸਾਡੇ ਕੋਲ ਇੱਕ ਨਾ ਕਮਿਊਨਿਟੀ ਆਬਾਦੀ ਹੈ, ਤੇ ਉਹ ਲਾਈਕ ਗਵਰਨਮੈਂਟ ਦੀ ਜਗ੍ਹਾ ਦਿੱਤੇ ਨੇ ਉਹਨਾਂ ਨੇ, ਕੱਚੇ ਜਿਹੇ ਮਕਾਨ ਬਣਾਏ ਨੇ ਤੇ ਬਗੈਰ ਕਿਸੇ ਦੀ ਦਿਲਆਜ਼ਾਰੀ ਤੋਂ ਨਾ ਸਾਡੇ ਹਲਕੇ ਸ਼ਾਮਲਾਟ, ਹਾਂਜੀ ਉੱਥੇ, ਹਾਂ ਉੱਥੇ ਉਹਨਾਂ ਨੇ ਨਾ ਬਣਾਏ। ਤੇ ਹੁਣ ਉੱਥੇ ਵੋਟ ਤਕਰੀਬਨ ਕੋਈ 2200-2400 ਵੋਟ ਹੈ ਉੱਥੇ। ਅਸਾਂ ਉੱਥੇ ਗਏ ਹਾਂ, ਉਹਨਾਂ ਨੇ ਗੱਲ ਕੀਤੀ, ਸਾਰੇ ਜਿਹੜਾ ਉਹਨਾਂ ਦਾ ਸੀ ਨਾ, ਜਿਹੜਾ ਉਹਨਾਂ ਦਾ ਭੋਪਾਲ ਮਤਲਬ ਵਡੇਰਾ, ਉਹ ਵੀ ਆ ਗਿਆ ਉੱਥੇ ਬੈਠੇ, ਉਹਨਾਂ ਨੇ ਗੱਲਬਾਤ ਤੈਅ ਕੀਤੀ। ਉਹਨੇ ਕਿਹਾ ਜੀ ਇਹ ਪਾਣੀ ਨਹੀਂ ਹੈ, ਇਹ ਉਹ ਇਸ ਤਰ੍ਹਾਂ ਮਾਮਲਾ। ਸਾਰੇ ਉਹ ਕਰ ਕਰਾ ਕੇ ਨਲਕੇ ਲਵਾ ਦਿੱਤੇ, ਗਟਰ ਦੇ ਪਾਈਪ ਪਵਾ ਦਿੱਤੇ, ਤੇ ਪੈਸੇ ਵੀ ਪੱਲਿਓਂ ਦਿੱਤੇ, ਰੋਟੀ ਵੀ ਪਹੁੰਚਾਈ ਉੱਥੇ ਦੇਗਾ। ਅਸੀਂ ਉੱਥੇ ਦੀ ਆ ਗਏ, ਤੇ ਉਹ ਮਹੀਨੇ ਕੁ ਬਾਅਦ ਜਿਹੜੀ ਸਾਡੀ ਮੁਖਾਲਫ ਪਾਰਟੀ ਗਈ, ਉਹਨਾਂ ਨੇ ਦੇ ਦਿੱਤਾ, ਉਹ ਵੀ ਦੇ ਦਿੱਤਾ। ਉਹਨਾਂ ਨੇ ਕਸਮਾਂ ਕੁਰਾਨਾਂ ਵੀ ਦਿੱਤੀਆਂ, ਸਾਰਾ ਕੁਝ ਦੇ ਕੇ, ਤੇ ਇਲੈਕਸ਼ਨ ਅਸੀਂ ਜਿੱਤ ਗਏ ਅਲਹਮਦੁਲਿਲਾ। ਉਹ ਜਿਹੜਾ ਮੁਖਾਲਫ ਸੀ ਸਾਡਾ, ਉਹਦਾ ਨਾ ਪਤਾ ਲੱਗਾ, ਕਹਿੰਦਾ ਜੀ ਮੈਂ ਗੱਲ ਇਹ ਕਿ ਮੈਨੂੰ ਇਸ ਚੀਜ਼ ਦਾ ਦੁੱਖ ਨਹੀਂ ਹੈ ਕਿ ਮੈਂ ਹਾਰ ਗਿਆ ਵਾਂ, ਮੈਨੂੰ ਗੱਲ ਇਹ ਕਿ ਇਹਨਾਂ ਸਾਰਿਆਂ ਨੇ ਕੁਰਾਨ ਤੇ ਮੈਨੂੰ ਹਲਫ ਦਿੱਤਾ ਸੀ ਕਿ ਅਸੀਂ ਤੁਹਾਨੂੰ ਵੋਟ ਦਿਆਂਗੇ, ਲੇਕਿਨ ਇਹਨਾਂ ਵੱਲੋਂ ਮੈਨੂੰ 5 ਵੋਟ ਵੀ ਨਹੀਂ ਨਿਕਲੇ। ਤੇ ਇਸ ਤਰ੍ਹਾਂ ਦੇ ਹੁੰਦੇ ਹੀ ਨੇ, ਜਿਹੜਾ ਜਿੱਥੇ ਬਹੁਤੇ ਪੈਸੇ ਦਿੰਦਾ ਉਹਨੂੰ ਉੱਥੇ ਲੈ ਜਾਵੇ। ਬੜੇ ਬੰਦੇ ਪੰਜਾਬ ਦੇ ਪਿੰਡਾਂ 'ਚ ਇਹ ਕੰਮ ਆਮ ਹੁੰਦੇ ਨੇ ਜਿਹੜੇ ਉੱਥੇ ਹੋਏ ਨਾ, ਤੁਹਾਡਾ ਵੀ ਦੱਸਦੇ ਹੋ। ਸਾਡੇ ਪਿੰਡਾਂ 'ਚ ਕੰਮ ਆਮ ਨੇ, ਵੀ ਜਿਹੜਾ ਆਉਂਦਾ ਉਹਨੂੰ ਕਹਿੰਦੇ ਨੇ ਜੀ ਚੋ ਸਭ ਤੁਹਾਡੇ ਨਾਲ ਹੋਈਆਂ, ਫਿਕਰ ਨਾ ਕਰੋ, ਤੁਹਾਡਾ ਹੀ ਵੋਟ ਨੇ। ਪਤਾ ਉਨੀ ਦੇਰ ਤੱਕ ਨਹੀਂ ਲੱਗਦਾ ਜਿੰਨੀ ਦੇਰ ਤੱਕ ਸੰਦੂਕੜੀ ਖੁੱਲਦੀ ਨਹੀਂ ਨਾ ਹੈ, ਉਨੀ ਦੇਰ ਤੱਕ ਬੰਦੇ ਜਿਹੜੇ ਨੇ ਉਹ ਆਪਣਾ ਆਪ ਨਹੀਂ ਫੜਾਉਂਦੇ ਹਨ।